अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के जुर्म अंजाम में हम आपको दिखाएंगे और बताएंगे कि शादरा पुलिस स्टेशन की हदूद में एक अफसोसनाक वाक़या पेश आता है, जहां पे शोहर अपनी बीवी को ससुराल में आके गोली मार के कत्ल करने की कोशिश करता है, लेकिन खुशकिस्मती से वो बीवी गोली लगने के बावजूद बच जाती है, लेकिन अभी भी उसकी हालत इंतहाई तशवीशनाक है। लवाहिकीन का क्या कहना है, पुलिस का क्या कहना है, ये सब कुछ आपको दिखाएंगे आज के इस प्रोग्राम में। थाना शादरा की हदूद में जो एक अफसोसनाक वाक़या पेश आता है कि शोहर अपनी बीवी को कत्ल करने की नीयत से गोली मारता है, लेकिन वो मौजज़ाना तौर पर बच जाती है। ये मामला है क्या? इस तमाम चीज़ों को जो अपनी आँखों से देखा वो ज़ख्मी और मुतासरा खातून की बहन है और इस मुकदमे की मुद्दइया भी है। इनसे जानते हैं तफसीलात कि शोहर क्या वजह है कि अपनी बीवी को कत्ल करना चाहता था और उसको गोली कहाँ पे लगी और किस तरह से वो बच गई। की नाम है ਤੁਹਾਡਾ? ईशा फिजान। ईशा फिजान। अच्छा, की होया ਤੁਹਾਡੀ ਭੈਣ ਤੇ ਤੁਸੀਂ ਘਰ ਸੋ ਤੇ ਉਹਦਾ ਸ਼ੋਹਰ ਕਿੰਨਾ ਅਰਸਾ ਪਹਿਲੇ ਸ਼ਾਦੀ ਹੋਈ, ਕਿੰਨੇ ਬੱਚੇ ਨੇ? तकरीबन 15 साल हो गया मेरी सिस्टर की शादी ਨੂੰ ਤੇ 4 ਉਹਨਾਂ ਦੇ ਬੱਚੇ ਨੇ ਤੇ ਮੈਂ ਉਹਨੂੰ ਹੱਸੀ ਖੁਸ਼ੀ ਲੈ ਕੇ ਆਈ ਸੀ ਈਦ ਵਾਲੇ ਦਿਨ। ਠੀਕ ਹੈ। ਹਾਂਜੀ ਤੇ ਲੈ ਕੇ ਆਈਆਂ। ਉਸ ਤੋਂ ਬਾਅਦ ਇਹਨਾਂ ਨੇ ਲੜਾਈ ਬਣਾ ਲਈ ਤੀ। ਇਹਨਾਂ ਨੇ ਸਾਨੂੰ ਬਹਿਨ ਹੋਈ ਮੇਰੇ ਨਾਲ ਧਮਕੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਇਹਨੂੰ ਨਹੀਂ ਭੇਜੋਗੇ, ਅਸੀਂ ਤੁਹਾਨੂੰ ਇੰਜ ਕਰ ਦਾਂਗੇ, ਮਹੱਲੇ 'ਚ ਆ ਕੇ ਤੁਹਾਨੂੰ ਐਸਾ ਜ਼ਲੀਲ ਕਰਾਂਗੇ, ਤੁਸੀਂ ਕੰਮੋਗੇ, ਤੁਹਾਡੀ ਨੱਕ ਦੀ ਨਕੀਰਾ ਕੱਢਾਂਗਾ, ਤੁਹਾਡੀ ਪੱਟੀਆਂ ਚਲਾਵਾਂਗਾ, ਬਹੁਤ ਧਮਕੀਆਂ ਲਗਾਉਂਦੇ ਰਹੇ। ਉਸ ਤੋਂ ਬਾਅਦ ਇਹਨਾਂ ਦੀ ਸਿਸਟਰ ਨੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਭਾਬੀ ਨੇ ਆਪਣੀ ਸਿਸਟਰ ਕੋ, ਇਹਨਾਂ ਦੀ ਸਿਸਟਰ ਆਈ ਸੀ, ਇਹਨਾਂ ਦੀ ਭਾਬੀ ਦੀ ਸਿਸਟਰ, ਉਹਨੇ ਵੀ ਸਾਨੂੰ ਬੜੇ ਬੇਹੂਦਾ ਮੈਸੇਜ ਕੀਤੇ ਨਾ। ਫਿਰ ਉਸ ਤੋਂ ਬਾਅਦ ਉਹਨਾਂ ਦੀ ਭਾਬੀ ਨੇ ਮਸਨ ਕਿ ਬਹਿਨੋਈ ਦੀ ਭਾਬੀ ਨੇ ਮੈਸੇਜ ਬੜੇ ਬੇਹੂਦਾ ਸਾਨੂੰ ਮੈਸੇਜ ਕੀਤੇ। ਅਸੀਂ ਉਹਨਾਂ ਨੂੰ ਜਵਾਬ ਦਿੱਤਾ, ਲੇਕਿਨ ਬਹਿਨੋਈ ਨੇ ਜਦੋਂ ਸਾਡੇ ਨਾਲ ਬਦਤਮੀਜ਼ੀ ਕੀਤੀ, ਮਿਸਬਿਹੇਵ ਕੀਤਾ, ਬਹੁਤ ਐਕਸਟਰਾ ਗੰਦੀਆਂ ਗੱਲਾਂ ਕੀਤੀਆਂ, ਉਦੋਂ ਅਸੀਂ ਉਹਨਾਂ ਨੂੰ ਜਵਾਬ ਦਿੱਤਾ, ਲੇਕਿਨ ਇਹਨਾਂ ਦੀ ਸਿਸਟਰ ਨੂੰ, ਇਹਨਾਂ ਦੀ ਭਾਬੀ ਨੂੰ ਅਸੀਂ ਕੋਈ ਜਵਾਬ ਨਹੀਂ ਦਿੱਤਾ ਹੈ। ਠੀਕ ਹੈ। ਲੜਾਈ ਦੀ ਵਜ੍ਹਾ ਕੀ ਸੀ? ਲੜਾਈ ਦੀ ਵਜ੍ਹਾ ਕੋਈ ਵਜ੍ਹਾ ਨਹੀਂ ਹੈ, ਹੱਸੀ ਖੁਸ਼ੀ ਲੈ ਕੇ ਆਈਆਂ। ਉਸ ਤੋਂ ਬਾਅਦ ਹੀ ਇਹਨਾਂ ਨੇ ਕੋਈ ਮਸਲਾ ਬਣਾਇਆ। ਨਹੀਂ, ਹੱਸੀ ਖੁਸ਼ੀ ਤੁਸੀਂ ਅਗਰ ਲੈ ਕੇ ਆਏ ਹੋ। ਹਾਂਜੀ, ਉਹਨੇ ਨਾ ਦਰਅਸਲ ਨਾ ਬੱਚੇ ਆਪਣੇ ਰੱਖ ਲਏ ਸੀ। ਕਹਿੰਦਾ ਮੈਂ ਨਾ ਬੱਚੇ ਨਹੀਂ ਜਾਣਦੇ ਨੇ ਤੇ ਤੁਸੀਂ ਆਪਣੀ ਭੈਣ ਲਾਈਓ ਤੇ 2-4 ਦਿਨ ਮਿਲਵਾ ਕੇ ਤੇ ਲੈ ਆਣਾ ਵਾਪਸ। ਠੀਕ ਹੈ। ਕੋਈ ਪਹਿਲੇ ਵੀ ਮਾਮਲਾ ਐਸਾ ਸੀ? ਹਾਂਜੀ, ਪਹਿਲੇ ਮਾਮਲਾ ਐਸਾ ਸੀ ਕਿ ਉਹਨਾਂ ਪਹਿਲੇ ਨਾ ਇਹ ਕਾਫੀ ਅਰਸਾ ਪਹਿਲੇ ਨਾ ਨੀਂਦ ਦੀਆਂ ਗੋਲੀਆਂ ਦਿੱਤੀਆਂ ਉਹਨੇ ਨਾ, ਘਰ ਬਿਠਾ ਕੇ ਨਾ 3-4 ਦਿਨ ਉਹਨੂੰ ਨੀਂਦ ਦੀਆਂ ਕਿ ਨਸ਼ੇ ਦੀਆਂ ਗੋਲੀਆਂ ਨਹੀਂ ਸਾਨੂੰ ਪਤਾ ਦਿੰਦਾ ਰਿਹਾ, ਤੇ ਲੇਕਿਨ ਉਹਨੂੰ 4-5 ਦਿਨ ਹੋਸ਼ ਨਹੀਂ ਆਈ ਹੈ। ਜਦੋਂ 4-5 ਦਿਨ ਬਾਅਦ ਹੋਸ਼ ਆਈ, ਉਹਨੇ ਮੈਨੂੰ ਨਾ ਆਪਣੇ ਮੀਆਂ ਤੋਂ ਛੁਪ ਕੇ ਨਾ ਮੈਨੂੰ ਫੋਨ ਕੀਤਾ। ਮੈਂ ਕਿ ਕਿਉਂ ਰੋ ਰਹੀ ਹਾਂ? ਉਹਨੇ ਮੈਨੂੰ ਸਾਰੀ ਗੱਲ ਦੱਸੀ ਕਿ ਨਾ ਮੈਨੂੰ ਨਾ ਇੰਜ ਨਾ ਮੈਨੂੰ ਉੱਠਣ ਨਹੀਂ ਦਿੰਦਾ, ਮੇਰੀ ਅੱਖਾਂ ਨਹੀਂ ਖੁੱਲ੍ਹਣ ਦਿੰਦਾ, ਤੇ ਮੈਂ ਉੱਠਣੀ ਹਾਂ ਤੇ ਮੈਂ ਉਸੇ ਟਾਈਮ ਡਿੱਗ ਜਾਂਦੀ ਹਾਂ। 4 ਦਿਨ ਉਹਨੂੰ ਹੋਸ਼ ਨਹੀਂ। ਉਸ ਤੋਂ ਬਾਅਦ ਪਹਿਲੇ ਵੀ ਚੌਥੀ ਦਫਾ ਉਹਨੇ ਹਮਲਾ ਕੀਤਾ। ਚੌਥੀ ਦਫਾ ਤੇ ਉਹਨੇ ਆਪਣੀ ਤਰਫੋਂ ਇਹੀ ਕੀਤਾ ਕਿ ਉਹ ਮਰ ਗਈ ਹੈ। ਅੱਛਾ, ਕਿਸ ਤਰ੍ਹਾਂ ਹੋਇਆ? ਤੁਸੀਂ ਤੁਹਾਡੇ ਕੋਲ ਆਈ ਸੀ ਭੈਣ? ਹਾਂਜੀ। ਤੇ ਕੀ ਵਾਕਿਆ ਕੀ ਹੋਇਆ? ਸਿਸਟਰ ਮੇਰੀ ਆਏ, ਅਸੀਂ ਦੋਨੋਂ ਸਿਸਟਰ ਅੰਦਰ ਬੈਠੇ ਸੀ ਤੇ ਨਾਲ ਬੱਚੇ ਵੀ ਸੀ ਹੁੰਦੇ 2, ਖੁਦ ਹੀ ਬੱਚੇ ਛੋੜ ਕੇ ਗਿਆ। 2 ਬੱਚੇ ਤੇ ਕਹਿੰਦੇ 2 ਬੱਚੇ ਮੈਂ ਉਦੋਂ ਛੱਡ ਕੇ ਜਾਵਾਂਗਾ ਜਦੋਂ ਉਹਨਾਂ ਦਾ ਆਖਰੀ ਪੇਪਰ ਹੈ। ਤੇ ਜਿਸ ਦਿਨ ਆਖਰੀ ਪੇਪਰ, ਬੁੱਧ ਵਾਲੇ ਦਿਨ ਆਖਰੀ ਪੇਪਰ ਸੀ, ਤੇ ਆਪਣੇ ਛੋਟੇ 2 ਬੱਚਿਆਂ ਦਾ, ਵੱਡੇ 2 ਬੱਚਿਆਂ ਦਾ ਇੰਤਜ਼ਾਰ ਕਰ ਰਹੀ ਸੀ। ਤੇ ਅਸੀਂ ਦੋਵੇਂ ਇੱਥੇ ਸਿਸਟਰ ਬੈਠੀਆਂ ਵਾਂ ਤੇ ਇੱਕਦਮ ਨਾ ਦਰਵਾਜ਼ਾ ਖੜਕਿਆ ਤੇ ਇੱਕਦਮ ਨਾ ਮੇਰੀ ਉਹਦਾ ਛੋਟਾ ਬੇਟਾ ਗਿਆ ਦਰਵਾਜ਼ਾ ਖੋਲ੍ਹਣ ਵਾਸਤੇ। ਉਹਨੇ ਦੇਖਿਆ ਤੇ ਕਹਿੰਦਾ ਰਿਹਾਨ ਹੈ। ਪਹਿਲੇ ਉਹਨਾਂ ਨੇ ਕਿਹਾ ਜੀ ਰਿਹਾਨ ਹੈ, ਤੇ ਮੈਂ ਕੱਲਾ ਆਇਆ ਤੇ ਉਹ ਛੁਪ ਗਿਆ ਖੁਦ। ਠੀਕ ਹੈ। ਖੁਦ ਉਹ ਛੁਪ ਗਏ ਨੇ, ਦੋਨੋਂ ਛੁਪ ਗਏ ਨੇ। ਤੇ ਉਹ ਨਾ ਜਦੋਂ ਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਆ ਗਏ ਨੇ। ਅੰਦਰ ਆਏ ਨੇ ਤੇ ਮੈਂ ਲੇਟੀ ਸੀ ਅੰਦਰ, ਤੇ ਭਾਈ ਮੇਰਾ ਨਹਾ ਰਿਹਾ ਸੀ, ਤੇ ਮੈਂ ਨਾ ਇਹ ਦੇਖਿਆ ਕਿ ਉਹ ਆਇਆ ਤੇ ਫਾਇਰਿੰਗ ਕੀਤੀ ਸੀ ਨਾ। ਤੇ ਜਦੋਂ ਮੈਂ ਬਾਹਰ ਨੂੰ ਨੱਸੀਆਂ, ਮੈਂ ਕਿਹਾ ਪਤਾ ਨਹੀਂ ਕਦੀ ਆਵਾਜ਼ ਬਾਹਰ ਨੂੰ ਨੱਸੀਆਂ ਮੈਂ, ਤੇ ਉਹ ਮੇਰੀ ਸਿਸਟਰ ਖੂਨ 'ਚ ਲੱਤ ਪਾ, ਤੇ ਉਹਦੀ ਜਿਹੜੀ ਦੇਵਰਾਨੀ ਹੈ ਨਾ, ਉਹ ਬੱਚੇ ਲੈ ਕੇ ਨੱਸਣ ਲੱਗੀ ਸੀ। ਤੇ ਮੈਂ ਜਦੋਂ ਨੱਸੀਆਂ ਫੜਨ ਵਾਸਤੇ ਤੇ ਉਹਨਾਂ ਨੇ ਮੇਰੇ ਤੇ ਫਾਇਰਿੰਗ ਕੀਤੀ। ਮੈਂ ਫਟਾਫਟ ਅੰਦਰ ਹੋ ਗਈ ਹਾਂ। ਜਦੋਂ ਦੂਸਰੀ ਫਾਇਰਿੰਗ ਕੱਢ ਕੇ ਉਹ ਗਾਇਬ ਹੋ ਗਏ ਨੇ, ਪਤਾ ਨਹੀਂ ਕਿੱਥੇ ਗਏ ਨੇ। ਬੱਚੇ ਵੀ ਲੈ ਕੇ ਨੱਸ ਗਏ ਨੇ ਜਿਹੜੇ 2 ਸਾਡੇ ਕੋਲ ਸੀ। ਠੀਕ ਹੈ। ਤੇ ਤੁਹਾਡੀ ਭੈਣ ਉਸ ਵਕਤ ਬਾਹਰ ਸੀ ਘਰ ਦੇ? ਨਹੀਂ, ਅਸੀਂ ਅੰਦਰ ਹੀ ਸੀ। ਦਰਵਾਜ਼ਾ ਖਟਕਣ ਨਾਲ ਆਈ ਬਾਹਰ ਗਈ। ਤੇ ਕਿਸ ਤਰ੍ਹਾਂ ਉਹਨੇ ਗੋਲੀ ਮਾਰੀ? ਕਿੱਥੇ ਲੱਗੀ ਗੋਲੀ? ਮੈਂ ਗੋਲੀ ਉਹਦੇ ਆ ਲੱਗੀ ਹੈ ਗਰਦਨ ਤੇ। ਕੋਈ ਫਾਇਰ ਲੱਗਾ? ਉਹਦੇ ਇੱਕ ਫਾਇਰ ਲੱਗਾ, ਤੇ ਇੱਕ ਫਾਇਰ ਉਹਨਾਂ ਨੇ ਨਾ ਮੇਰੇ ਤੇ ਕੀਤਾ, ਤੇ ਮੈਂ ਫਟਾਫਟ ਅੰਦਰ ਨੱਸ ਗਈ ਹਾਂ। ਠੀਕ ਹੈ। ਤੇ ਉਹ ਕੀ ਤੁਹਾਨੂੰ ਲੱਗਦਾ ਹੈ ਕਿ ਮਾਰਨਾ ਚਾਹ ਰਿਹਾ ਸੀ? ਉਹ ਆਪਣੀ ਤਰਫੋਂ ਨਾ ਜ਼ਾਹਿਰ ਹੈ, ਮੇਰੇ ਕੋਲ ਵੀਡੀਓ ਵੀ ਹੈ, ਉਹ ਵੀਡੀਓ ਲਾ ਕੇ ਵੀ ਸਾਨੂੰ ਧਮਕੀਆਂ ਦੇ ਰਿਹਾ ਸੀ।
ਅੱਛਾ। ਕਿ ਮੈਂ ਇੰਜ ਕਰ ਦਾਂਗਾ, ਮੈਂ ਉਂਝ ਕਰ ਦਾਂਗਾ। ਉਹ ਦਰਅਸਲ ਆਇਆ ਸੀ ਕਿ ਉਹਦੇ ਦਿਮਾਗ ਵਿੱਚ ਮਾਰਨ ਵਾਸਤੇ, ਅੱਛਾ ਠੀਕ ਹੈ। ਲੇਕਿਨ ਉਹ ਦਿਮਾਗ ਵਿੱਚ ਨਹੀਂ ਵੱਜੀ, ਸਾਡੀ ਬੱਚੀ ਦੀ ਜ਼ਿੰਦਗੀ ਸੀ ਤੇ ਉਹਨੇ ਇੱਥੇ ਗਰਦਨ ਤੇ ਵੱਜ ਗਈ। ਠੀਕ ਹੈ। ਹਾਂ ਹਾਂਜੀ। ਤੇ ਹੁਣ ਮੁਲਜ਼ਮ ਫੜਿਆ ਗਿਆ? ਮੁਲਜ਼ਮ ਨਹੀਂ ਫੜਿਆ ਗਿਆ। ਅਸੀਂ ਉਸੇ ਦਿਨ ਦੇ ਬੁੱਧ ਵਾਲੇ ਦਿਨ ਜਿੱਦਾਂ ਵਾਕਿਆ ਹੋਇਆ ਤੇ ਅਸੀਂ ਸਿਸਟਰ ਲੈ ਕੇ ਹਸਪੀਟਲ ਨੱਸੇ ਹਾਂ, ਠੀਕ ਹੈ। ਉਸ ਤੋਂ ਬਾਅਦ ਉੱਥੇ ਪੁਲਿਸ ਵਾਲੇ ਆਈ, ਲੇਕਿਨ ਪੁਲਿਸ ਵਾਲਿਆਂ ਨੇ ਸਾਨੂੰ ਇੱਥੇ ਬੁਲਾਇਆ। ਅਸੀਂ 2 ਵਜੇ ਦੇ ਇੱਥੇ ਆਏ ਹਾਂ ਤੇ ਕਦੀ ਸਾਨੂੰ ਪਹਿਲੇ ਕਹਿੰਦੇ ਸ਼ਿਦਰਾ ਥਾਣਾ ਤੁਹਾਨੂੰ ਲੱਗਣਾ। ਅਸੀਂ ਸ਼ਿਦਰਾ ਥਾਣੇ ਗਏ ਹਾਂ, ਉਹਨਾਂ ਨੇ ਸਾਨੂੰ ਕਿਹਾ ਜੀ ਇਹ ਤੁਹਾਨੂੰ ਇੱਥੇ ਨਹੀਂ ਲੱਗਣਾ ਹੈ, ਤੁਸੀਂ ਚਲੋ ਸੱਗੀਆਂ ਪੁਲ ਚਲੇ ਜਾਓ। ਅਸੀਂ ਸੱਗੀਆਂ ਚਲੇ ਗਏ ਹਾਂ। ਸੱਗੀਆਂ ਚੌਕੀ ਵਾਲੇ ਥਾਣੇ ਵਾਲਿਆਂ ਨੇ ਕਿਹਾ ਕਿ ਤੁਸੀਂ ਨਾ ਕੋਟ ਅਬਦੁਲ ਮਾਲਕ ਬੇਗਮ ਕੋਟ ਜਿਹੜਾ ਥਾਣਾ ਹੈ ਨਾ ਉੱਥੇ ਚਲੇ ਜਾਓ। ਅਸੀਂ ਸਾਰੇ ਫਿਰ ਉਧਰ ਨੂੰ ਨੱਸ ਗਏ, ਉਧਰ ਗਏ। ਉਹਨਾਂ ਨੇ ਕਿਹਾ ਜੀ ਸਾਡਾ ਹੈ ਹੀ ਕੇਸ ਨਹੀਂ, ਤੁਸੀਂ ਇੱਥੇ ਚਲੇ ਜਾਓ। ਤਕਰੀਬਨ 2 ਵਜੇ ਤੋਂ ਲੈ ਕੇ 1 ਵਜੇ ਤੱਕ ਰਾਤ ਤੱਕ ਅਸੀਂ ਇੰਨੇ ਜ਼ਲੀਲ ਇਹਨਾਂ ਨੇ ਸਾਨੂੰ ਕੀਤਾ ਕਿ ਸਾਰਾ ਪਰਚਾ ਨਹੀਂ ਸੀ ਕਰਦੇ ਪਏ। ਫਿਰ ਇੱਥੇ ਗੱਲਬਾਤ ਹੋਈ ਹੈ ਤੇ ਇਹਨਾਂ ਨੇ ਕਿਹਾ ਕਿ ਅਸੀਂ ਚੱਲਨੇ ਹਾਂ ਤੇ ਇਹਨਾਂ ਦੇ ਨਾ ਥਾਣੇਦਾਰ ਨੇ ਮੇਰੇ ਨਾਲ ਮਿਸਬਿਹੇਵ ਕੀਤਾ ਨਾ। ਕੀ ਨਾਮ ਹੈ ਉਹਦਾ? ਉਹ ਨਾ ਅੱਛਾ ਉਹਦਾ ਨਾਮ ਹੈ ਇਹ ਫੈਕਟਰੀ ਏਰੀਆ ਨੂਰ ਸ਼ਾਹ ਕੋਟ ਵਾਲਾ। ਅੱਛਾ। ਹਾਂਜੀ। ਤੇ ਪਰਚਾ ਤੇ ਤੁਹਾਡਾ ਹੁਣ ਸ਼ਾਦਰਾ ਦੇ ਵਿੱਚ ਹੋਇਆ? ਸ਼ਾਦਰਾ ਦੇ ਵਿੱਚ, ਪਹਿਲੇ ਉੱਥੇ ਹੋਇਆ ਸੀ? ਪਹਿਲੇ ਇਹਨਾਂ ਨੇ ਕਿਹਾ ਜੀ ਸਾਡਾ ਨਹੀਂ ਹੈ, ਅਸੀਂ ਜਾਣੇ ਆ। ਪੁਲਿਸ ਵਾਲੇ ਇੱਥੇ ਆਏ ਨੇ 2-3 ਘੰਟੇ ਇਨਵੈਸਟੀਗੇਸ਼ਨ ਕਰਦੇ ਨੇ, ਅੱਗੇ ਪਿੱਛੇ ਸਭ ਪੁੱਛਿਆ ਕਿ ਨਾ ਇੱਥੋਂ ਦਾ ਸਾਡਾ ਬਣਦਾ ਕਿ ਲਾਹੌਰ ਦਾ ਬਣਦਾ। ਜਦੋਂ ਉਹਨਾਂ ਨੂੰ ਕਨਫਰਮ ਹੋਇਆ ਤੇ ਅਸੀਂ ਸੱਗੀਆਂ ਚੌਕੀ ਤੇ ਚਲੇ ਗਏ। ਉਹਨਾਂ ਨੇ ਕਿਹਾ ਜੀ ਉਹ ਵੀ ਆ ਗਏ ਨੇ ਤੇ ਉਹਨਾਂ ਨੇ ਸਾਰਾ ਕਨਫਰਮ ਕੀਤਾ ਤੇ ਬਾਅਦ ਚ ਉਹਨਾਂ ਨੇ ਕਿਹਾ ਹਾਂਜੀ ਸਾਨੂੰ ਲਾਹੌਰ ਦਾ, ਤੁਹਾਨੂੰ ਲਾਹੌਰ ਦਾ ਲੱਗਦਾ। ਠੀਕ ਹੈ। ਜਦੋਂ ਰਾਤ ਨੂੰ 2 ਵਜੇ ਅਸੀਂ ਸਾਇਨਾ ਹਸਪੀਟਲ ਗਏ ਨੇ, ਰਾਤ ਦੇ 2 ਵਜੇ ਅਸੀਂ ਹਸਪਤਾਲ ਗਏ ਹਾਂ ਤੇ ਅਸੀਂ ਜਿੱਦਾਂ ਆਏ ਸੀ ਕਿ ਸਾਨੂੰ ਐਵੀਡੈਂਸ ਦਿਓ ਨਾ, ਤੇ ਕਹਿੰਦੇ ਐਵੀਡੈਂਸ ਨਾ ਤੁਹਾਨੂੰ ਨਾ ਸਵੇਰ ਮਿਲ ਜਾਏਗਾ 10 ਵਜੇ। ਜਦੋਂ ਅਸੀਂ ਸਵੇਰ 10 ਵਜੇ ਗਏ ਨਾ ਉਹਨਾਂ ਕੋ ਤੇ ਕਹਿੰਦੇ ਤੁਹਾਡਾ ਨਾ ਅਸੀਂ ਮਾਰਕ ਕਰਤੇ ਸ਼ਿਦਰੇ ਥਾਣੇ ਨੂੰ। ਅਸੀਂ ਫਿਰ ਸ਼ਿਦਰੇ ਥਾਣੇ ਉਸੇ ਟਾਈਮ ਚਲੇ ਗਏ ਹਾਂ। ਸ਼ਿਦਰੇ ਥਾਣੇ ਗਏ ਹਾਂ ਤੇ ਕੈਬਨ 'ਚ ਆਦਮੀ ਬੈਠਾ ਸੀ, ਕਿਹਾ ਸਾਨੂੰ ਕਹਿੰਦਾ ਅਸੀਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਸਾਨੂੰ ਨਹੀਂ ਲੱਗਦਾ ਤੁਸੀਂ ਫਿਰ ਇੱਥੇ ਨੱਸ ਆਉਂਦੇ। ਮੈਂ ਕਿਹਾ ਸਾਨੂੰ ਉਹਨਾਂ ਨੇ ਭੇਜਿਆ ਤੇ ਅਸੀਂ ਆਏ ਹਾਂ। ਕਹਿੰਦੇ ਨਹੀਂ ਬੀਬੀ ਇੱਥੋਂ ਦਾ ਨਹੀਂ ਲੱਗਦਾ, ਉਹਨਾਂ ਸਾਨੂੰ ਪਰਚਾ ਕੱਢ ਕੇ ਦੇ ਦਿੱਤਾ ਕਿ ਜਾਓ ਤੁਸੀਂ ਫੈਕਟਰੀ ਏਰੀਆ ਚਲੇ ਜਾਓ ਨੂਰ ਸ਼ਾਹ ਕੋਟ। ਅਸੀਂ ਉੱਥੇ ਆਏ ਹਾਂ, ਉਹਨਾਂ ਨੇ ਉੱਥੇ ਚਲ ਜਾ ਫੈਕਟਰੀ ਜਿਹੜਾ ਕੋਟ ਅਬਦੁਲ ਮਾਲਕ ਹੈ, ਅਸੀਂ ਉੱਥੇ ਗਏ ਹਾਂ। ਉਹਨਾਂ ਨੇ ਕਿਹਾ ਜੀ ਨਹੀਂ ਇੱਥੋਂ ਦਾ ਨਹੀਂ ਹੈ, ਤੁਹਾਡਾ ਉੱਥੋਂ ਦਾ ਪਰਚਾ ਹੈ ਨੂਰ ਸ਼ਾਹ ਕੋਟ ਚਲੇ। ਉੱਥੇ ਆਏ ਆ ਤੇ ਉੱਥੇ ਉਹਨਾਂ ਨੇ ਫਿਰ ਉਹੀ ਕੰਮ ਜਿਹੜਾ ਪਹਿਲੇ ਦਿਨ ਕਰਦੇ ਪਏ ਉਹੀ ਕੰਮ ਇਹਨਾਂ ਨੇ ਇੱਥੇ ਕੀਤਾ। ਠੀਕ ਹੈ। ਪੁਲਿਸ ਮਦਦ ਨਹੀਂ ਕਰ ਰਹੀ? ਨਹੀਂ ਕਰ ਰਹੀ, ਲੇਕਿਨ ਉਹ ਪਰਚਾ ਜਿਹੜਾ ਪਹਿਲੇ ਫਿਰ ਇਹਨਾਂ ਨੇ ਸਾਨੂੰ ਉਹਨਾਂ ਸੱਗੀਆਂ ਉੱਥੇ ਭੇਜਿਆ ਸ਼ਿਦਰੇ, ਜਾਓ ਨਾ ਅਸੀਂ ਇੱਥੇ ਅਖਰਾਜ ਕਰਨਾ ਤੇ ਤੁਸੀਂ ਉੱਥੇ ਚਲੇ ਜਾਓ ਨਾ, ਅਸੀਂ ਗਲਤ ਪਰਚਾ ਕਰ ਦਿੱਤਾ। ਫਿਰ ਕਹਿੰਦੇ ਜੀ ਤੁਹਾਡੀ ਵਜ੍ਹਾ ਤੋਂ। ਮੈਂ ਕਿਹਾ ਤੁਸੀਂ 2 ਥਾਣੇ ਦੀ ਪੁਲਿਸ ਵਾਲੇ ਆਏ, ਤੁਸੀਂ ਸਾਰਾ ਸਰਚ ਕਰਕੇ ਫਿਰ ਵੀ ਤੁਹਾਡੇ ਕੋਲ ਗਲਤ ਹੋ ਗਈ ਹੈ ਤੇ ਮੈਂ ਕਿਹਾ ਸਾਡਾ ਤੇ ਕੋਈ ਕਸੂਰ ਨਹੀਂ ਹੈ ਨਾ। ਫਿਰ ਅਸੀਂ ਸ਼ਿਦਰੇ ਥਾਣੇ ਗਏ ਹਾਂ। ਸ਼ਿਦਰੇ ਵਾਲਿਆਂ ਨੇ ਸਾਨੂੰ ਫਿਰ ਅੱਗੇ ਭੇਜਤਾ। ਅਸੀਂ ਉੱਥੋਂ ਆ ਕੇ ਵਾਪਸ ਫਿਰ ਸ਼ਿਦਰੇ ਆਏ ਹਾਂ। ਫਿਰ ਇੱਥੇ ਆ ਕੇ ਸਾਡੀ ਦੁਬਾਰਾ ਹੋਈ ਹੈ। ਫਿਰ ਸ਼ਿਦਰੇ ਵਾਲਿਆਂ ਨੇ ਸਾਨੂੰ ਸੱਗੀਆਂ ਭੇਜਤਾ। ਸੱਗੀਆਂ ਆ ਕੇ ਸਾਡੀ ਦੁਬਾਰਾ ਰਿਪੋਰਟ ਲਿਖੀ ਗਈ ਹੈ, ਨਾਲੇ ਅਖਰਾਜ ਦੀ ਦੂਸਰੀ ਵੀ। ਫਿਰ ਸ਼ਿਦਰੇ ਥਾਣੇ ਜਾ ਕੇ ਰਾਤ ਦੇ 12 ਵਜੇ ਜਾ ਕੇ ਸਾਰਾ ਪਰਚਾ ਆਇਆ। ਹੁਣ ਰਾਬਤਾ ਕੀਤਾ ਸ਼ਾਦਰਾ ਪੁਲਿਸ ਨੇ? ਹਾਂਜੀ, ਸ਼ਾਦਰਾ ਪੁਲਿਸ ਵਾਲੇ ਨਾਲ ਰਾਬਤਾ ਕੀਤਾ। ਅਸੀਂ ਖੁਦ ਜਾ ਕੇ ਰਾਬਤਾ ਉਹਨਾਂ ਨਾਲ ਕਰਦੇ ਮੈਂ। ਠੀਕ ਹੈ। ਤੇ ਤੁਹਾਡੀ ਭੈਣ ਦੀ ਤਬੀਅਤ ਹੁਣ ਕੈਸੀ ਹੈ? ਮੇਰੀ ਸਿਸਟਰ ਨੂੰ ਹਾਲੇ ਨਹੀਂ ਹੋਸ਼ ਨਹੀਂ ਆ ਰਹੀ ਹੈ। ਉਹ ਉੱਠਦੀ ਹੈ ਤੇ ਉਸੇ ਟਾਈਮ ਫਿਰ ਅੱਖਾਂ ਬੰਦ ਕਰ ਲੈਂਦੀ। ਕ੍ਰਿਟੀਕਲ ਹੈ? ਹਾਂਜੀ, ਬਾਜ਼ੂ ਉਹਦਾ ਹਿਲਦਾ ਨਹੀਂ ਪਿਆ ਤੇ ਇਹ ਸਾਰੇ ਸਿਰ ਤੇ ਵੀ ਚੋਟ ਲੱਗੀ ਹੈ, ਇਹ ਪਾਉਣ ਤੇ ਵੀ ਚੋਟ ਲੱਗੀ ਉਹਨੂੰ। ਠੀਕ ਹੋ ਗਿਆ। ਤੇ ਮੁਕੱਦਮੇ ਦੀ ਮੁਦਈ ਤੁਸੀਂ ਹੋ? ਜੀ ਮੈਮ। ਔਰ ਤੁਹਾਡਾ ਵਾਲਿਦ ਜਾਂ ਭਾਈ ਕਿਉਂ ਨਹੀਂ ਬਣਿਆ? ਮੇਰੇ ਵਾਲਿਦ ਸਾਹਿਬ ਘਰ ਨਹੀਂ ਸੀ ਹੈ। ਅੱਛਾ, ਤੁਸੀਂ ਮੌਕੇ ਤੇ ਸੋਏ? ਮੈਂ ਮੌਕੇ ਤੇ ਸੀ, ਹਾਂਜੀ, ਕਿਉਂਕਿ ਮੇਰਾ ਭਾਈ ਵੀ ਅੰਦਰ ਵਾਸ਼ਰੂਮ ਵਿੱਚ ਸੀ। ਠੀਕ ਹੈ। ਜ਼ਾਹਿਰ ਹੈ ਤੁਹਾਨੂੰ ਪਤਾ ਕੱਪੜੇ ਪਾਉਂਦੇ ਟਾਈਮ ਲੱਗ ਜਾਣਾ ਸੀ। ਠੀਕ ਹੈ। ਨਹੀਂ ਤੇ ਉਹ ਥਾਣੇ ਜਾ ਕੇ ਤੁਸੀਂ ਦਰਖਾਸਤ ਆਪਣੇ ਵੱਲੋਂ ਹੀ ਦਿੱਤੀ, ਖੁਦ ਤੁਸੀਂ ਮੁਦਈ बने हो? हाँ जी। ठीक है। इस खातून का ये कहना है जो ज़ख्मी मुतासरा लड़की है उसकी ये बहन है बड़ी, और इसका ये कहना है कि पहले हदबंदी जो होती है पुलिस की उसका मामला रहा। शेखुपुरा जो है उस इलाके का फैक्ट्री एरिया पुलिस स्टेशन था, उन्होंने FIR पहले दर्ज कर ली कि ये इलाका उनका है। फिर जब इसकी इलाके की शनाख्त हुई, हदबंदी वाज़ह हुई, तो पता ये चला पुलिस को कि शादरा का इलाका है, और दोबारा FIR जो है वो शादरा में दर्ज की गई। अब यकीनन शादरा पुलिस इसमें इन्वेस्टिगेट करेगी, तमाम सबूत जो हैं वो इन्होंने फ़राहम करने हैं, वीडियो भी फ़राहम करनी है। ख़ातून का, मुतासरा ख़ातून का जो सर्टिफिकेट है, मेडिकल है, वो होगा। उसके बाद मुल्ज़मान को तो गिरफ़्तार करने के लिए पुलिस यकीनन अमली तौर पे कुछ करेगी। लेकिन इस वक्त जब हम ये प्रोग्राम रिकॉर्ड कर रहे हैं तो बताया जा रहा है कि उस खातून की हालत तशवीशनाक है, अभी उसको होश नहीं है, क्रिटिकल है,
और उसकी सेहतयाबी के लिए पूरा ख़ानदान भी और अहले इलाका भी दुआगो हैं कि वो सेहतयाब हो जाए। अब हम उस माँ से पूछते हैं कि इसकी बेटी को क्यों ज़ख्मी किया गया, इसकी क्या वजह हो सकती है कि शोहर 4 बच्चे भी हैं और इससे पहले भी हमले हो चुके हैं, मतलब तशद्दुद के वाक़यात पहले भी हो चुके हैं। माइक दो आनंद। हाँ जी माँ जी, की होया बेटी अपने घर सुखी नहीं सी, माइक करीब करो। बेटा अपने घर सुखी नहीं, 15 साल तो ਅਸੀਂ ਆਪ ਦੇਖ ਕੇ ਉਹਨੂੰ ਪਸੰਦੇ ਪਏ ਸੀ। ਕਿਉਂ ਇਹ ਕਹਿੰਦੀ ਸੀ ਕਿ ਮੇਰੇ 4 ਬੱਚੇ ਨੇ। ਜਦੋਂ ਪਹਿਲਾ ਵਾਕਿਆ ਹੋਇਆ ਇਹਨਾਂ ਦਾ ਉਦੋਂ 2 ਬੱਚੇ ਸੀ। ਉਦੋਂ ਨਾ ਮੂਨ ਮਾਰਕੀਟ ਲੈ ਕੇ ਗਿਆ ਨਾ ਉਹਨੂੰ, ਉਹਨਾਂ ਮੀਆਂ ਦੇ ਨਾਲ ਬੰਦੇ ਗੱਡੀ ਲੈ ਕੇ ਆਏ ਨੇ। ਮੈਂ ਇੰਤਜ਼ਾਰ ਕਰਦੀ, ਮੈਂ ਕਿਹਾ ਆਏ ਨਹੀਂ, ਬੱਚੇ ਰੋਂਦੇ ਪਏ ਸੀ, ਮਾਮਾ ਕਹਾਂ ਹੈ, ਮਾਮਾ ਕਹਾਂ ਹੈ। ਮੈਂ ਕਿਹਾ ਅੱਬੀ ਆ ਜਾਤੀ, ਅੱਬੀ ਆ ਜਾਤੀ ਬੇਟਾ। ਉਹ ਫਿਰ ਉਹਨਾਂ ਨੇ ਫੋਨ ਕੀਤਾ ਜੀ, ਉਹ ਤਾਂ ਸੁੱਖੇ ਕੀ ਲੈ ਗਿਆ ਸੀ। ਉਹਨਾਂ ਨੇ ਉੱਥੋਂ ਨਾ ਜਦੋਂ ਘਰ ਆਏ ਨਾ ਪੱਟੀ ਤੇ ਇਹ ਸਾਰੇ ਕੱਪੜੇ ਭਰੇ ਪਏ ਹੁੰਦੇ। ਕਹਿੰਦੇ ਨਹੀਂ ਜੀ, ਬੇਟੀ ਨੂੰ ਅਸੀਂ ਪੁੱਛਿਆ ਪੁੱਤਰ ਇਹ ਕੀ ਹੋਇਆ? ਕਹਿੰਦੇ ਮੈਂ ਰਕਸ਼ੇ 'ਚ ਬੈਠ, ਮੈਂ ਰਕਸ਼ਾ ਵੱਜਿਆ। ਮੇਰੀ ਬਾਜੀ ਫੌਤ ਹੋ ਗਿਆ ਨਾ। ਉਹ ਕਹਿੰਦੀ ਹੈ ਕਿ ਇਹ ਰਕਸ਼ਾ ਨਹੀਂ ਇਹਦੇ ਪੁੱਤਰ ਸਾਡੇ ਵਾਹਨਾਂ ਤੋਲੇ ਨਹੀਂ ਆਏ, ਇਹ ਤੈਨੂੰ ਅਮਰ ਨੇ ਮਾਰਿਆ, ਤੇ ਨਾ ਵਾਕਿਆ ਜ਼ਰੂਰ ਹੋਇਆ। ਉਹ ਸੱਸ ਸਹੁਰੇ ਭੈਣਾਂ ਭਰਾ ਸਾਰਿਆਂ ਬਣੋਈਆਂ ਹੱਥ ਉੱਤੇ ਜੋੜੇ ਕੇ ਘਰ ਜਾ ਕੇ ਨਹੀਂ ਦੱਸਣੀ ਤੂੰ ਇਹ ਕਿ ਮੇਰਾ ਐਕਸੀਡੈਂਟ ਹੋਇਆ। ਫਿਰ ਛੱਡ ਗਿਆ। ਫਿਰ ਕੁੜੀ ਨੂੰ ਕਿਹਾ ਤੇ ਕਹਿੰਦੀ ਵੀ ਮੇਰੇ ਛੋਟੇ ਛੋਟੇ ਬੱਚੇ, ਮੇਰੇ ਬੱਚੇ ਰੁੱਲ ਜਾਣੇ ਨੇ, ਮੇਰੀ ਬੱਚੀ ਵੀ ਚਲੀ ਗਈ ਹੈ। ਫਿਰ ਉਹਨੇ ਗੋਲੀਆਂ ਦਿੱਤੀਆਂ ਪੁੱਤਰ ਨੂੰ, ਦਿੱਤੀਆਂ। ਉਦੋਂ ਵੀ ਮੈਨੂੰ ਦੱਸਿਆ ਨੇ। ਸ਼ਾਦੀ ਤੁਸੀਂ ਆਪਣੀ ਪਸੰਦ ਦੀ ਕੀਤੀ ਹੈ? ਜੀ ਜੀ, ਕਿਸੇ ਨੇ ਰਿਸ਼ਤਾ ਕਰਾਇਆ। ਕਿਸੇ ਨੇ ਰਿਸ਼ਤਾ ਕਰਾਇਆ ਜੀ ਜੀ। ਤੇ ਲੜਕਾ ਕਰਦਾ ਕੀ ਇਹ ਜਿਹੜਾ ਸ਼ੋਹਰ ਹੈ? ਜਦੋਂ ਕਰਦਾ ਸੀ ਕਿਲੇ ਸਾਹਮਣੇ ਘਰ ਪੁਰਾਣਾ ਜਿਹਾ ਸੀ, ਮੈਂ ਉਦੋਂ ਦੇਖਿਆ ਉਹਨੂੰ। ਘਰ ਜਿਹੜਾ ਬਾਅਦ ਚ ਬਣਾਇਆ, ਜਦੋਂ ਸ਼ਾਦੀ ਹੋਈ ਹੈ ਅਸੀਂ ਉਹਨਾਂ ਦਾ ਘਰ ਦੇਖਿਆ। ਇਹਨਾਂ ਸੌਦੀਆ ਨਾ ਕੰਮ ਹੈ ਅਲਮੂਨੀਅਮ ਦਾ, ਆਪਣਾ ਕਾਰੋਬਾਰ ਹੈ। ਇਹ ਬਹਰਹਾਲ ਜ਼ਰੂਰ ਉੱਥੇ ਹੁੰਦਾ ਵੇ ਤੇ ਪਰ ਉੱਥੇ 15-20 ਦਿਨ ਠਹਿਰੇਗਾ, ਪਿਓ ਨੂੰ ਵੀ ਦੱਸਿਆ ਕਿ ਚੁੱਪ ਕਰਕੇ ਆ ਜਾਏਗਾ। ਅੱਛਾ, ਇਸ ਤਰ੍ਹਾਂ ਕਰਦਾ ਜੀ। ਤੇ ਕੋਈ ਨਸ਼ਾ ਮਨਸ਼ਿਆਤ? ਨਸ਼ਾ ਜੀ ਜੀ, ਉਹ ਖਾਂਦਾ ਜੇ। ਉਹ ਬੇਟੀ ਸਾਡੇ ਨੇ ਦੱਸਿਆ ਹੁਣ ਤੁਹਾਨੂੰ। ਅੱਛਾ, ਹੁਣ ਵੀ ਇਹ ਡੇਢ ਮਹੀਨੇ ਬਾਅਦ ਆ ਗਿਆ ਜੇ। ਅੱਛਾ, 1.5 ਮਹੀਨੇ ਬਾਅਦ ਮੇਰੀ ਬੇਟੀ ਸੋਈ ਤੇ ਜਿਵੇਂ ਚੋਰ ਨਹੀਂ ਆਉਂਦੇ ਇਸ ਤਰ੍ਹਾਂ ਖਿੜਕੀ ਤੋਂ ਕੁੰਡੀ ਖੋਲੀ ਸੂ ਤੇ ਮੇਰੀ ਬੇਟੀ ਪਰੇਸ਼ਾਨ, ਕਹਿੰਦੀ ਤੂੰ ਪਰੇਸ਼ਾਨ ਹੈ, ਮੈਂ ਆ ਕਿਉਂ ਗਿਆ ਵਾਂ? ਉਹਨੇ ਕਿਹਾ ਨਹੀਂ ਜ਼ਾਹਿਰ ਤੂੰ ਆਪਣੇ ਘਰ ਆਣ ਸੀ, ਸਭ ਘਰ ਵਾਲਿਆਂ ਨੂੰ ਪਤਾ, ਮੈਨੂੰ ਨਹੀਂ ਸੀ ਪਤਾ ਹੈਗਾ। ਅੱਛਾ, ਤੇ ਜ਼ਾਹਿਰ ਤੁਸੀਂ ਆਪਣੇ ਘਰ ਆ, ਮੈਨੂੰ ਕਹੇ ਕਿਸ ਚੀਜ਼ ਦਾ ਇਤਰਾਜ਼ ਹੈਗਾ ਵੇ। ਹਾਂ, ਇਸ ਤਰ੍ਹਾਂ ਆਇਆ ਵੇ ਤੇ ਇਸ ਤਰ੍ਹਾਂ ਉਹਦਾ ਪੁੱਤਰ ਸ਼ੱਕ ਸ਼ੁਬਾ ਕਰਦਾ ਵੇ। ਮੇਰਾ ਭਣੇਵਾ ਵੀ ਉਹਦੀ ਸ਼ਾਦੀ ਹੋਈ ਹੈ। ਜਦੋਂ ਅਸੀਂ ਉਹਦੇ ਆਪਣੇ ਭਣੇਵੇਂ ਨਾਲ ਕਰਨਾ ਹੁੰਦਾ ਪੁੱਤਰ ਤੇ ਅਸੀਂ ਇਹਦੇ ਨਾਲ ਜ਼ਰੂਰ ਇਹਨੂੰ ਖੱਟੂ ਨਾ ਕਰਨਾ ਸੀ, ਅਸੀਂ ਉਹਦੇ ਨਾਲ ਪਹਿਲਾਂ ਕਰ ਲੈਂਦੇ। ਫਿਰ ਉਹਨੂੰ ਕਹਿੰਦਾ ਤੂੰ ਆਪਣੇ ਭਣੋਈਏ ਨਾਲ ਲਈ ਹੈ, ਉਹਦੇ ਭਣੋਈਏ ਨਾਲ। ਫਿਰ ਆਪਣੇ ਛੋਟੇ ਭਣੋਈਏ ਉਹਨੂੰ ਕਹਿੰਦਾ ਇਲਜ਼ਾਮਾਤ ਲਾਉਂਦਾ ਹੈ ਜੀ। ਹਾਂਜੀ, ਇਹ ਲਾਉਂਦਾ ਵਾ। ਸਾਡੇ ਕੋਲ ਰਿਕਾਰਡਿੰਗ ਵੀ ਗਈ ਜੇ ਹਰ ਤਰ੍ਹਾਂ ਦੀ, ਉਹ ਤੁਹਾਨੂੰ ਸੁਣਾਉਂਦੇ ਅਸੀਂ। ਠੀਕ ਹੈ। ਅੱਛਾ, ਹੁਣ ਇਹ ਦੱਸੋ ਕਿ ਬੇਟੀ ਨੂੰ ਤੇ ਉਹਨੂੰ ਗੋਲੀ ਮਾਰ ਦਿੱਤੀ, ਉਹਨੇ ਜ਼ਖਮੀ ਕਰਤਾ, ਤੇ ਹੁਣ ਕੀ ਚਾਹੁੰਦੇ ਹੋ? ਪੁੱਤਰ ਅਸੀਂ ਜ਼ਾਹਰ ਹੁਣ ਤਾਂ ਪੁੱਤਰ ਦੇਖੋ ਇੰਨਾ ਚੌਥਾ ਵਾਕਿਆ ਹੋਇਆ ਹੈ, ਆਪਣੇ ਤੋਂ ਮਾਰ ਕੇ ਸੁੱਟ ਗਿਆ ਪੁੱਤਰ। ਤੇ ਹੁਣ ਪੁੱਤਰ ਅਸੀਂ ਤੇ ਬੇਵਕੂਫ ਹੋਵਾਂਗੇ, ਅਸੀਂ ਆਪਣੇ ਬੱਚੇ ਨੂੰ ਭੇਜਾਂਗੇ। ਬੱਚੇ ਵੀ ਉਹਦੇ ਭਰਜਾਈ ਗਵਾਹ ਦੇ ਹੈਗਾ ਹੈ ਕਿ ਲੈ ਗਈ ਹੈ। ਮੈਂ ਜਨਰਲ ਹਸਪਤਾਲ, ਮੇਰਾ ਦਿਮਾਗ ਦਾ ਮਸਾ, ਮੈਨੂੰ ਹਾਰਟ ਅਟੈਕ ਹੈ। ਮੈਂ ਉੱਥੇ ਗਈ, ਮੈਨੂੰ ਬੱਚੇ ਛੋਟੇ ਉੱਥੇ ਖੇਲਦੇ ਪਏ ਨੇ, ਕਹਿੰਦੇ ਬਾਜੀ ਤੁਹਾਡੇ ਘਰ ਗੋਲੀਆਂ ਚੱਲੀਆਂ ਨੇ। ਮੈਂ ਪੁੱਤਰ ਸਾਡੇ ਘਰ ਗੋਲੀਆਂ ਚੱਲੀਆਂ ਨੇ? ਮੈਂ ਕਿਹਾ ਕੌਣ ਚਲਾ? ਕਹਿੰਦਾ ਤੁਹਾਡੀ ਬੇਟੀ ਨੂੰ ਮਾਰ ਗਿਆ ਨੇ। ਜਦੋਂ ਮੈਂ ਘਰ ਤਾਲਾ ਲੱਗਾ, ਕੋਈ ਵੀ ਕਿਉਂਕਿ ਦੋਨੋਂ ਭੈਣਾਂ ਘਰ ਹੈਗੀਆਂ ਸੀ, ਮੈਂ 6 ਹਫ਼ਤੇ ਛੱਡ ਕੇ ਗਈ ਹਾਂ। ਮੈਂ ਤੇ ਹਾਈ ਸਾਹਿਬ ਹਸਪਤਾਲ ਮੈਨੂੰ ਜਨਰਲ ਸੀ ਗਏ ਹਾਂ। ਜਦੋਂ ਮੈਂ ਆਈ ਹਾਂ ਤੇ ਪੂਰਾ ਮਹੱਲਾ ਕਹਿੰਦਾ ਪਿਆ ਤੇਰੀ ਧੀ ਤੇ ਅੱਜ ਮਹੱਲੇ ਵਾਲੇ ਲੈ ਕੇ ਜਾਣਾ ਹਸਪਤਾਲ। ਫਿਰ ਜ਼ਾਹਰ ਭੈਣਾਂ ਭਰਾ ਨੂੰ ਫੋਨ ਕੀਤਾ, ਸਾਰੇ ਹਸਪਤਾਲ। ਫਿਰ ਮੈਂ ਹਸਪਤਾਲ ਮੈਂ ਗਈ। ਮੇਰੀ ਧੀ ਦਾ 8 ਘੰਟੇ ਦਾ ਆਪਰੇਸ਼ਨ ਹੋਇਆ ਵੇ। ਮੇਰੀ ਧੀ ਨੂੰ ਦੀਨ ਦੁਨੀਆ ਦਾ ਨਹੀਂ ਪਤਾ ਹੈਗਾ ਜੀ। ਮੈਂ ਆਪਣੀ ਬੱਚੀ ਨੂੰ ਦੇਖਿਆ, ਮੈਂ ਅੱਜ ਆਪਣੀ ਬੱਚੀ ਨੂੰ ਦੇਖਿਆ ਜੀ। ਉਹਦਾ ਪਾਸਾ ਨਹੀਂ ਚੁੱਕਿਆ ਜਾਂਦਾ। ਉਹਦੇ ਗਲੇ ਦਾ ਆਪਰੇਸ਼ਨ ਹੋਇਆ ਸੀ ਸਾਰਾ, ਦੁਬਾਰਾ ਉਹਨਾਂ ਨੇ ਸਿਆਣ ਕਰਾਏ ਨੇ ਮੇਰੇ ਆਪਣੇ ਕੋਲ। ਉਹਨੇ ਕਿਹਾ ਮੈਂ ਭਰਾ ਵਾਂ। ਇਹਨੇ ਸਿਆਣ ਕੀਤੇ ਨੇ 4 ਦਫਾ ਕੀਤੇ। ਉਹਨੇ ਕਹਿੰਦਾ ਆਪਰੇਸ਼ਨ ਅੱਗੇ ਵੀ ਹੋਇਆ ਵੇ, ਹੋ ਸਕਦਾ ਹੈ। ਉਹਨਾਂ ਕਿ ਸਾਰਾ ਅਸੀਂ ਖੋਲ੍ਹਣਾ ਆਪਰੇਸ਼ਨ, ਇਹ ਦੁਬਾਰਾ ਸਾਰਾ ਗਲੇ ਦਾ ਆਪਰੇਸ਼ਨ ਹੋਇਆ ਵੇ। ਹੁਣ ਇਹ ਬਾਰ-ਬਾਰ ਕਹਿੰਦੇ ਤੇ ਦਿਮਾਗਾਂ ਨੂੰ ਬੁਲਾਇਆ, ਉਹ ਦਿਮਾਗ ਨੂੰ ਸੁਣੋ, ਦਿਮਾਗ ਨਹੀਂ ਕੰਮ ਕਰਦਾ। ਇਹ ਜਿਹੜਾ ਬਾਜ਼ੂ ਅੱਜ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਥੱਲੇ ਡਿੱਗ ਪੈਂਦਾ ਸੀ। ਉਹ ਤੁਹਾਡਾ ਫੋਨ ਗਿਆ ਤੇ ਫਿਰ ਅਸੀਂ ਘਰ ਆਏ ਆ। ਅੱਛਾ, ਇਹ ਦੱਸੋ ਕਿ ਹੁਣ ਤੁਹਾਨੂੰ ਇਨਸਾਫ ਮਿਲ ਰਿਹਾ? ਸਾਨੂੰ ਇਨਸਾਫ ਠਾਣਾ ਨੇ ਕੋਈ ਇਨਸਾਨ ਨਹੀਂ ਕੀਤਾ। 2 ਦਿਨ ਹੋਇਆ, ਬੁੱਧ ਦੀ ਗੱਲ ਹੈ, ਅੱਜ ਕੀ ਜੁਮਾ ਹੈ, ਜੁਮਾ ਵੀ ਅੱਜ ਗੱਲ ਸੁਣੀ ਹੈ। ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਪੁੱਤਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੇ, ਮੇਰੇ ਬੱਚੇ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ। ਮੇਰੀ ਧੀ ਨੂੰ ਅਸੀਂ ਉਹਨਾਂ ਦਾ ਅਸੀਂ ਪੁੱਤਰ ਉਹਨੇ ਵੀ ਜਿਸ ਤਰ੍ਹਾਂ ਮੇਰੇ ਪੁੱਤ ਧੀ ਦਾ ਕੀਤਾ, ਅੱਲਾਹ ਤਾਲਾ ਉਹਦਾ ਵੀ ਐਸਾ ਹੀ ਕਰੇ ਪੁੱਤਰ। ਮੇਰੀ ਧੀ ਏਡੀ ਅੱਛੀ ਮੇਰੀ ਧੀ, ਉਹਨੇ ਬੱਚੇ ਨੇ 15 ਸਾਲ ਦੇ ਵਿੱਚ ਉਹਦਾ ਮੇਰਾ ਘਰ ਕਰ ਦਿੱਤਾ ਵੇ। ਫਿਰ ਵੀ ਉਹ ਕਿਸੇ ਮੇਰਾ ਘਰ ਵਸ ਜਾਏ, ਮੇਰੇ 4 ਬੱਚੇ, ਮੇਰੇ ਬੱਚੇ ਰੁੱਲ ਜਾਂਦੇ, ਉਹਨੂੰ ਕੋਈ ਖਿਆਲ ਨਹੀਂ ਆਇਆ। ਇਹ ਸਾਰੇ ਮਿਲੇ ਨੇ,
ਅੱਧੀ ਭਰਜਾਈ ਧਮਕੀਆਂ ਲਾਈਆਂ ਨੇ, ਕਹਿੰਦੇ ਸ਼ੇਖਪੁਰ 'ਚ ਵੜ ਨਹੀਂ ਸਕਦੀ, ਤੈਨੂੰ ਗੋਲੀ ਕੀ ਤੁਹਾਨੂੰ ਕਿਸੇ ਅਲਫਾਜ਼ ਦੱਸੀ ਅਸੀਂ, ਸਾਡੇ ਕੋਲ ਹਰ ਤਾਰੀ ਰਿਕਾਰਡਿੰਗ ਹੈਗੀ, ਉਹਦੇ ਬੰਦੇ ਦੀ ਸਾਰਿਆਂ ਦੀ ਰਿਕਾਰਡਿੰਗ ਹੈਗੀ ਹੈ, ਤੁਸੀਂ ਸੁਣ ਸਕਦੇ ਜੇ। ਇਹਨਾਂ ਸਾਰਿਆਂ ਨੇ ਰਲ ਕੇ ਕੀਤਾ ਵੇ। ਉਹ ਦੇਖੋ ਕਿੱਡਾ ਜਿਗਰਾ ਕਰਕੇ ਘਰ ਕੋਨੇ ਉਹਨਾਂ ਮੌਕਾ ਦੇਖਿਆ ਵੇ, ਬੱਚੇ ਲੈ ਗਏ ਨੇ। ਤੇ ਪੁੱਤਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੇ, ਮੇਰੇ ਧੀਰ ਪੂਰਾ हक ਉਹਦਾ मिलना चाहिए। इस केस से जुड़े और लोग क्या कहते हैं, ख़ानदान के दीगर लोगों का क्या कहना है, वो भी हम आपको सुनवाते हैं। माँ की और बहन की हमने आपको बात सुनवाई, क्या उनका मौक़िफ़ था। अब बहुत ही करीबी अज़ीज़ और रिश्तेदार ख़वातीन हैं हमारे साथ, जो बताती हैं कि बच्ची इनके घर में ही पली बड़ी और शादी भी इनके घर में ही हुई, और बच्ची के बारे में भी इनसे पूछते हैं और क्या कितने अरसे से ये मामला था कि शोहर जो है इतना ज़ालिम कि इनकी बेटी को मारने के लिए, कत्ल करने के लिए घर पे ही आ जाता है। तुसी दसो ਤੁਹਾਡਾ ਕੀ ਰਿਸ਼ਤਾ ਬੱਚੀ ਦੇ ਨਾਲ? ਮੈਂ ਉਹਦੀ ਕਜ਼ਨ ਆ, ਆਂਟੀ ਦੀ ਬੇਟੀ। ਆਂਟੀ ਦੀ ਬੇਟੀ? ਹਾਂਜੀ। ਤੇ ਕੀ ਮਾਮਲਾ ਤੁਹਾਡੇ ਇਲਮ ਵਿੱਚ ਹੈਗਾ, ਕੀ ਸੀ ਮਸਲਾ? ਘਰੇਲੂ ਨਾਚਾਕੀ ਸੀ? ਹਾਂਜੀ, ਇਹਦੀ ਜਿਹੜੀ ਜਠਾਣੀ ਆ, ਸਾਰਾ ਕਸੂਰ ਹੀ ਹੁੰਦਾ। ਉਹ ਉਹਦੇ ਘਰ, ਇਹਦੇ ਘਰ ਬੇਟੇ ਹੋਏ ਨੇ, ਉਹਦੇ ਘਰ ਬੇਟੀਆਂ ਹੋਈਆਂ ਨੇ। ਸਿਰਫ ਇਹਦੀ ਵਜ੍ਹਾ ਤੋਂ, ਇਸ ਵਜ੍ਹਾ ਤੋਂ ਉਹਨੇ ਇਹਦੇ ਨਾਲ ਨਾ ਖਰਾਬੀ ਪੈਦਾ, ਇਹਦੇ ਘਰ 'ਚ ਖਰਾਬੀ ਪੈਦਾ ਕਰ ਦਿੱਤੀ। ਠੀਕ ਹੈ, ਠੀਕ ਹੈ। ਉਹ ਫਿਰ ਲੜਾਈ ਹੋਈ, ਸਾਡੇ ਘਰ ਆ ਗਈ। ਇਹ ਉੱਥੇ ਆਂਟੀ ਘਰ ਗਏ ਸੀ, ਉਧਰੋਂ ਇਹਦਾ ਬੰਦਾ ਨਾ ਲੈ ਕੇ ਨਾ ਚੋਰੀ ਆ ਗਿਆ, ਘਰ ਲੈ ਗਿਆ। ਤੇ ਉੱਥੇ ਜੰਗਲ ਸੀ ਜਿੱਥੇ ਉਹ ਲੈ ਗਿਆ, ਉੱਥੇ ਜਾ ਕੇ ਉਹਨੂੰ ਬੰਨ੍ਹ ਕੇ ਜਿਹੜੇ ਪਿਸਤੌਲ ਦੇ ਬੱਟ ਨੇ ਉਹਦੇ ਸਿਰ 'ਚ ਮਾਰੇ। ਇਸ ਤੋਂ ਪਹਿਲੇ ਵੀ? ਹਾਂਜੀ, ਇਸ ਤੋਂ ਪਹਿਲੇ 4 ਸਾਲ ਪਹਿਲੇ ਦੀ ਗੱਲ ਹੈ। ਉਹ ਸਿਰ 'ਚ ਮਾਰੇ ਤੇ ਘਰ ਲੈ ਗਏ ਸਹੁਰੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਨਹੀਂ ਤੂੰ ਕਹਿਣਾ ਜਾ ਕੇ ਕਿ ਮੈਨੂੰ ਮੀਆਂ ਨੇ ਮਾਰਿਆ, ਤੂੰ ਇਹੀ ਕਹਿਣਾ ਕਿ ਮੈਨੂੰ, ਮੈਂ ਰਸ਼ਕਾ ਵੱਜਿਆ ਮੈਨੂੰ। ਉਹ ਆਈ ਉਹਨੇ ਇਹੀ ਕਿਹਾ ਕਿ ਮੈਨੂੰ ਰਸ਼ਕਾ ਵੱਜਿਆ। ਠੀਕ ਹੈ। ਤੇ ਅਸੀਂ ਕਰਦਾ ਸੀ, ਫਿਰ ਕਿਹਾ ਚੱਲ ਅਸੀਂ ਧੀ ਵਸਾਣੀ, ਅਸੀਂ ਕਿਹੜੀ ਘਰ ਜਾੜਨੀ ਹੈ। ਠੀਕ ਹੈ। ਅਸੀਂ ਫਿਰ ਨਾ ਸੁਲਾ ਸਫਾਈ ਆ ਕੇ ਸਹੁਰਾ ਵੀ ਤੇ ਸੱਸ ਵੀ ਪੈਰੀ ਪੈ ਜਾਂਦੇ ਸਨ, ਫਿਰ ਕਿਸੇ ਦੀ ਮੰਨਣੀ ਪੈ ਜਾਂਦੀ ਹੈ। ਚਲੇ ਗਏ। ਫਿਰ ਇੰਝ ਹੋਇਆ, ਫਿਰ ਹੁਣ ਅਸੀਂ ਇਹ ਥੋੜ੍ਹੇ ਦਿਨ ਹੋਇਆ ਕਿ ਨਾਂ ਦਾ ਪਿਆ, ਉਹ ਨਸ਼ੇ ਦੀਆਂ ਗੋਲੀਆਂ ਦਿੱਤੀਆਂ। ਕੁੜੀ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਮੈਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਨੇ ਕਿ ਮੈਨੂੰ ਉਹਨਾਂ ਨੇ ਨਾ ਮਾਰ ਦੇਣਾ, ਮੈਂ ਇੰਝ ਰਹਿਣਾ ਇੱਥੇ, ਤੁਸੀਂ ਆ ਕੇ ਮੈਨੂੰ ਲੈ ਜਾਓ। ਠੀਕ ਹੈ। ਮੈਂ ਤੇ ਮੇਰੇ ਤੋਂ ਵੱਡੀ ਆਂਟੀ ਨਾ ਅਸੀਂ ਚਲੇ ਗਏ ਉੱਥੇ, ਤੇ ਉਹ ਸਾਡੇ ਹੱਥੀ ਪੈ ਗਏ ਨੇ। ਅੱਛਾ। ਹੱਥੀ ਸੱਸ ਵੀ ਪੈ ਗਈ ਹੈ। ਤੇ ਉਦੋਂ ਤੁਸੀਂ ਕੋਈ ਪੁਲਿਸ ਰਿਪੋਰਟ ਨਹੀਂ ਕਰਾਈ ਕਿ ਬੇਟੀ ਅਸੀਂ ਨੂੰ? ਫਿਰ ਨਾ ਸੁਲਾ ਫੇਰ ਕਰਾ ਦਿੱਤੀ ਕਿ ਚੱਲ ਅਸੀਂ ਧੀ ਵਸਾਣੀ, ਅਸੀਂ ਕਿਹੜੀ ਜਾੜਨੀ ਹੈ। ਹਾਂ। ਇਹੀ ਕਿ 4 ਬੱਚੇ ਨੇ, 4 ਬੱਚਿਆਂ ਤੇ ਅਸੀਂ ਘਰ ਤੇ ਨਹੀਂ ਬਿਠਾ ਸਕਦੇ ਬੱਚੀ ਨੂੰ। ਠੀਕ ਹੈ। ਤੇ ਅਸੀਂ ਉਹਦੀ ਉਹ ਜਿਹੜੀ ਜਠਾਣੀ ਹੈ ਤੈਬਾ ਦਰਾਣੀ, ਉਹ ਵੀ ਉਹ ਹੋਰ ਕੋਈ ਬੋਲਦਾ ਨਹੀਂ ਸੀ, ਉਹੀ ਬੋਲਦੀ ਸੀ ਇੰਝ ਤੇ ਉਹ ਕਹਿੰਦੀ 3 ਦਿਨ ਬੇਹੋਸ਼ ਰੱਖਿਆ ਮੈਨੂੰ। ਤੇ ਅੱਗੋਂ ਉਹਦੀ ਮਾਂ ਵੀ ਆਈ ਸੀ, ਤੇ ਉਹਦੀ ਮਾਂ ਵੀ ਅੱਗੋਂ ਬੋਲਦੀ ਸੀ, ਉਹਨੇ ਸਾਨੂੰ ਬੋਲਣ ਨਹੀਂ ਦਿੱਤਾ। ਠੀਕ ਹੈ। ਤੇ ਮੁੰਡਾ ਕਹਿੰਦਾ ਕਿ ਮੈਂ ਗੋਲੀ ਮਾਰ ਦੇਣੀ। ਮੈਂ ਕਿਹਾ ਲੈ, ਮੈਂ ਬੈਠੀ ਆ, ਮੈਨੂੰ ਗੋਲੀ ਮਾਰ। ਅੱਛਾ। ਮੈਂ ਕਿਹਾ ਗੋਲੀ ਮਾਰੇਗਾ ਤੇ ਹੁਣ ਮੈਂ ਜਾਣਾ, ਮੈਂ ਨਹੀਂ ਜਾਣਾ। ਠੀਕ ਹੈ। ਮੈਂ ਕਿਹਾ ਗੋਲੀ ਮਾਰੇਗਾ ਤੇ ਜਾਵਾਂਗੀ, ਤੇ ਹੁਣ ਨਹੀਂ ਮੈਂ ਜਾਣਾ। ਪਿਸਤੌਲ ਸੀ ਉਹਦੇ ਕੋਲ? ਜ਼ਾਹਰ ਹੈ ਉਹਦੇ ਕੋਲ ਪਿਸਤੌਲ ਸੀ, ਤੇ ਸਾਨੂੰ ਧਮਕੀਆਂ ਲਾ ਰਿਹਾ ਸੀ ਨਾ। ਮੈਂ ਕਿਹਾ ਮੈਂ ਪਿਸਤੌਲ ਤਾਂ ਨਹੀਂ ਡਰਦੀ, ਮੈਂ ਕਿਹਾ ਤੂੰ ਮਾਰ ਮੈਨੂੰ। ਮੈਂ ਕਿਹਾ ਮੈਂ ਉਹਨਾਂ ਦੀ ਮੰਜੀ ਡੱਟੀ ਸੀ, ਮੈਂ ਬਹਿ ਗਈ। ਮੈਂ ਕਿਹਾ ਤੂੰ ਮਾਰੇਗਾ ਤੇ ਮੈਂ ਹੁਣ ਜਾਵਾਂ, ਫਿਰ ਵੇਖੀਏ ਤੇ ਤਮਾਸ਼ਾ ਕੀ ਹੁੰਦਾ ਨਾ। ਮੈਂ ਕਿਹਾ ਮੈਨੂੰ ਤੂੰ ਮਾਰ ਤੇ ਸਹੀ ਇੱਕ ਵਾਰੀ। ਤੇ ਕਹਿੰਦਾ ਸਾਡਾ ਕੋਈ ਨਹੀਂ ਕੁਛ ਵਿਗਾੜ ਸਕਦਾ, ਸਾਡੇ ਬੜੇ ਲੰਮੇ ਹੱਥ ਨੇ। ਕਿੱਥੇ ਦੇ ਰਹਿਣ ਵਾਲੇ ਨੇ, ਕਿਸ ਇਲਾਕੇ ਦੇ ਰਹਿਣ? ਇਹ ਸ਼ੇਖਪੁਰੇ ਅਰਾਈਆਂ ਵਾਲੇ ਟਰਾਲੀਆਂ ਵਾਲੀ ਗਲੀ 'ਚ ਰਹਿੰਦੇ ਨੇ। ਅੱਛਾ। ਤੇ ਉੱਥੇ ਦੇ ਜਿਹਦੀ ਭੈਣ, ਉਹ ਜਿਹੜੀ ਮਾਸੀ ਆਈ ਸੀ, ਉਹ ਬੜਾ ਭੁੜਕਦੀ ਸੀ, ਉਹ ਜਿਹੜੀ ਦਰਾਨੀ ਦੀ ਮਾਂ ਸੀ। ਠੀਕ ਹੈ। ਇੱਕ ਨਾਨਾ ਸੀ, ਉਹ ਬੋਲਦਾ ਸੀ, ਹਾਲਾਂਕਿ ਉਹਨੂੰ ਬੋਲਣਾ ਨਹੀਂ ਸੀ ਆਉਂਦਾ, ਤੇ ਬੋਲੀ ਜਾਂਦਾ ਸੀ। ਠੀਕ ਹੈ। ਕਿ ਤੁਹਾਡੀ ਕੁੜੀ ਇੰਝ, ਇਹ ਕੁੜੀ ਦਾ ਕਸੂਰ ਦੱਸੋ ਨਾ, ਸਾਨੂੰ ਸਬੂਤ ਦਿਓ ਸਾਡੀ ਕੁੜੀ ਦੇ। ਕੀ ਇਲਜ਼ਾਮ ਲਗਾਉਂਦੇ ਸਨ? ਕਿ ਉਹ ਅੱਗੋਂ ਕਹਿੰਦੇ ਸੀ ਅਸੀਂ ਤਾਂ ਕੁਛ ਕਿਹਾ ਹੀ ਨਹੀਂ, ਇਹ ਝੂਠ ਬੋਲਦੀ, ਅਸੀਂ ਤਾਂ ਫੋਨ ਹੀ ਨਹੀਂ, ਫਿਰ ਫੋਨ ਆਪ ਇੱਥੇ ਕਰਦਾ ਸੀ। ਠੀਕ ਹੈ। ਤੇ ਕਹਿੰਦੇ ਸੀ ਮੈਂ ਨਹੀਂ ਕੀਤਾ, ਇਹਨੇ ਕੀਤਾ ਫੋਨ। ਠੀਕ ਹੈ। ਤੇ ਫਿਰ ਇਹਨਾਂ ਨੇ ਮੈਸੇਜ ਕੀਤੇ, ਉਹ ਅਸੀਂ ਸੁਲਾਹ ਕਰਾ ਕੇ ਫਿਰ ਅਸੀਂ ਰਫਾ ਦਫਾ ਕਰਕੇ ਗੱਲ ਅਸੀਂ ਆ ਗਏ ਕਿ ਅਸੀਂ ਧੀ ਵਸਾਣੀ ਹੈ। ਠੀਕ ਹੈ। ਅਸੀਂ ਜਾਣਨੀ ਕਿ 4 ਬੱਚੇ ਨੇ। ਠੀਕ ਹੈ। 4 ਬੱਚੇ ਤੇ ਅਸੀਂ ਕਿੱਥੇ ਕਰਾਂਗੇ। ਠੀਕ ਹੈ। ਫਿਰ ਉਸ ਤੋਂ ਬਾਅਦ ਈਦ ਵਾਲੇ ਦਿਨ ਨਾ ਟਰੂ ਵਾਲੇ ਦਿਨ ਉਹਨੂੰ ਘੱਲ ਦਿੱਤਾ ਨੇ ਇੱਥੇ। ਅਸੀਂ ਘਰ ਨਹੀਂ ਗਏ, ਮੇਰੀ ਬੇਟੀ ਨੇ ਕੁਰਬਾਨੀ ਕਰਨੀ ਸੀ, ਅਸੀਂ ਉੱਥੇ ਗਏ ਸਾਂ ਸਾਰੇ। ਤੇ ਉਹ ਇੱਥੇ ਭੇਜਦਾ, ਤੇ ਉਹ ਫੋਨ ਆਇਆ, ਤੇ ਅੱਬੂ ਉਹਨਾਂ ਘਰ ਸੀ, ਤੇ ਉਹਨਾਂ ਨੇ ਫਿਰ ਇੱਥੇ ਰੱਖ, ਉਹਨੇ ਕਿਹਾ ਕਿ ਇੱਥੇ ਰਹਿ ਸੀ,
ਅਸੀਂ ਅੱਜ ਕੇ ਅਸੀਂ ਆ ਜਾਂਦੇ ਅਸੀਂ ਫਿਰ ਉੱਥੇ ਰਹੇ ਨਹੀਂ ਅਸੀਂ ਵਾਪਸ ਆ ਗਏ ਤੇ ਮੈਂ ਕਿਹਾ ਚਲੋ ਉਹਨੇ ਕਿਹਾ ਨਾ ਜਾ ਸਹੁਰੇ ਨੇ ਕਿਹਾ ਕਿ ਇਹ ਬੱਚੇ ਦਾ ਅਸੀਂ ਲੈ ਲੈਣੇ ਨੇ ਤੈਨੂੰ ਨਹੀਂ ਤੂੰ ਉੱਥੇ ਹੀ ਰਹਿਣਾ ਤੇ ਅਸੀਂ ਕਿਹਾ ਚਲ ਠੀਕ ਹੈ ਅਸੀਂ ਹੁਣ ਸਾਡੀ ਕੁੜੀ ਸਾਡੇ ਘਰ ਆ ਗਈ ਹੈ ਨਾ ਅਸੀਂ ਬੱਚੇ ਰੱਖੋ ਤੇ ਅਸੀਂ ਆਪਣੀ ਕੁੜੀ ਆਪਣੇ ਘਰ ਰੱਖ ਲੈਂਦੇ ਹਾਂ ਠੀਕ ਹੈ ਉਹਨਾਂ ਨੇ ਨਾ ਫਿਰ ਆ ਗਿਆ ਮਾਫੀ ਮੰਗਣ ਵਾਸਤੇ ਮੈਂ ਸਾਰਿਆਂ ਕੋਲ ਮਾਫੀ ਮੰਗ ਲੈਣਾ ਵਾ ਮੇਰੇ ਕੋਲ ਗਲਤੀ ਹੋ ਗਈ ਇਸ ਤਰ੍ਹਾਂ ਮਾਫੀ ਮੰਗ ਕੇ ਉਹ ਆਪਣੇ ਪਲਾਨ ਤੇ ਆਇਆ ਸੀ ਮਾਫੀ ਮੰਗੇ ਕਿ ਉਹ ਸਾਰਿਆਂ ਨੂੰ ਵਸਾ ਕੇ ਮਾਰਿਆ ਤੇ ਜਦੋਂ ਸਾਰੇ ਅੰਮੀ ਉਹਦੀ ਘਰ ਸੀ ਆਇਆ ਜਦੋਂ ਭਾਈ ਸੀ ਜ਼ਾਹਰੇ ਸਾਰੇ ਨੇ ਆਪਣੇ ਅੱਬੂ ਨੇ ਜਾਣਾ ਸੀ ਕੰਮਾਂ ਤੇ ਸਾਰੇ ਕੰਮਾਂ ਤੇ ਚਲੇ ਗਏ ਤੇ ਇਹਨੇ ਪਿੱਛੋਂ ਵੇਖਿਆ ਖਾਲੀ ਉਹਨੂੰ ਕੱਲੀ ਨੂੰ ਭੈਣ ਅੰਦਰ ਸੁੱਤੀ ਸੀ ਗੋਲੀ ਮਾਰੀ ਹੈ ਤੇ ਉਹ ਇੱਕਦਮ ਨਸੀ ਤੇ ਗੋਲੀ ਮਾਰੀ ਹੈ ਤੇ ਡਰ ਕੇ ਨਿੱਗ ਪਈ ਫਿਰ ਨੱਸ ਕੇ ਆਈ ਫਿਰ ਉਹਦੀ ਆਈ ਹੈ ਜਿਹੜੀ ਦਰਾਣੀ ਉਹ ਆ ਕੇ ਤੇ ਉਹ ਜਿਹੜੀ ਉੱਠ ਕੇ ਆਈ ਹੈ ਤੇ ਉਹਨੂੰ ਅਸੀਂ ਪੈ ਗਏ ਤੇ ਬੱਚੇ ਲੈ ਕੇ ਚਲੀ ਗਈ ਗਵਾਹ ਕਰਕੇ ਠੀਕ ਹੈ ਹੁਣ ਕੀ ਚਾਹੁੰਦੇ ਹੋ ਕੀ ਹੋਣਾ ਅਸੀਂ ਇਨਸਾਫ ਚਾਹੁੰਦੇ ਆ ਕਿ ਪੁਲਿਸ ਇਨਸਾਫ ਵਾਲੇ ਤਾਂ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਕਿਸੇ ਦੀ ਧੀ ਭੈਣ ਨਾਲ ਇਸ ਤਰ੍ਹਾਂ ਅੱਗੋਂ ਉਹ ਜੁਰਤ ਨਾ ਕਰਨ ਪੁਲਿਸ ਕੀ ਕਰ ਰਹੀ ਹੈ ਪੁਲਿਸ ਨੇ ਸਾਡਾ ਕੋਈ ਨਹੀਂ ਸੁਣਿਆ ਕੁਛ ਨਹੀਂ ਸੁਣਿਆ ਪੁਲਿਸ ਵਾਲਿਆਂ ਨੇ ਪੁਲਿਸ ਵਾਲੀ ਸਾਡੀ ਸੁਣਦੇ ਨਹੀਂ ਪਏ 3 ਦਿਨ ਹੋ ਗਏ ਨੇ ਅਸੀਂ ਚੱਕਰ ਲਾਣ ਡਏ ਤੇ ਪੁਲਿਸ ਵਾਲੇ ਸਾਡੀ ਕੁਛ ਨਹੀਂ ਸੁਣਦੇ ਪਏ ਕੀ ਫਾਇਦਾ ਪੁਲਿਸ ਸਾਡੇ ਤਹੱਫਜ਼ ਵਾਸਤੇ ਬਿਨਾ ਤੇ ਤਹੱਫਜ਼ ਨਹੀਂ ਨਾ ਸਾਨੂੰ ਦੇਣਾ ਤੇ ਆਪਣੀਆਂ ਵਰਦੀਆਂ ਲਾ ਦੇਣ ਜੇ ਸਾਡੇ ਤਸੱਫਰ ਨਹੀਂ ਦੇਣਾ ਤਹੱਫਜ਼ ਖਵਾਤੀਨ ਦੇ ਹਵਾਲੇ ਨਾਲ ਵਜ਼ੀਰ ਆਲਾ ਪੰਜਾਬ ਨੇ ਤੇ ਕਿਹਾ ਕਿ ਅਗਰ ਕਿਸੇ ਔਰਤ ਤੇ ਜ਼ੁਲਮ ਹੁੰਦਾ ਹੈ ਤੇ ਉਹਦਾ ਮੁਲਜ਼ਮ ਫੌਰਨ ਫੜੋ ਤੇ ਫਿਰ ਉਹ ਫੜੋ ਉਹਨਾਂ ਨੇ ਕਿਹਾ ਨਾ ਤੇ ਉਹਨਾਂ ਨੇ ਇਹ ਕਰਨ ਮਰੀਮ ਨਵਾਜ਼ ਕਰੇ ਨਾ ਮਰੀਮ ਨਵਾਜ਼ ਨੇ ਸੂਲ ਕੱਢੇ ਨੇ ਪੂਰੇ ਤੇ ਨਹੀਂ ਨਾ ਕਰਦੀ ਪਈ ਪੂਰੇ ਕਰੇ ਸਾਨੂੰ ਇਨਸਾਫ ਦੇਵੇ ਅਗਰ ਸਾਡਾ ਇਨਸਾਫ ਨਾ ਹੋਏ ਤੇ ਅਸੀਂ ਥਾਣਿਆਂ ਦੇ ਅੱਗੇ ਅੱਗਾ ਲਾ ਦੇਣੀਆਂ ਠੀਕ ਹੈ ਇਹ ਦਿਓ ਮਾਈਕ ਇਹਨਾਂ ਨੂੰ ਜੀ ਤੁਸੀਂ ਦੱਸੋ ਤੁਹਾਡੀ ਕੀ ਲੱਗਦੀ ਸੀ ਇਹ ਬੱਚੀ ਪਨੇਵੀ ਹੈ ਤੁਹਾਡੀ ਤੇ ਕੀ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਉਹ ਇਨਸਾਨ ਦਾ ਬੱਚਾ ਸੀ ਜਿਹਨੂੰ ਗੋਲੀ ਵੱਜੀ ਹੈ ਸਾਨੂੰ ਇਨਸਾਫ ਚਾਹੀਦਾ ਹੈ ਤੇ ਪੁਲਿਸ ਦੇਗੀ ਨਾ ਇਨਸਾਫ ਹਾਂ ਤੇ ਦਵੇ ਨਾ ਪੁਲਿਸ ਦਵੇ ਅੱਜ 3 ਦਿਨ ਹੋ ਗਏ ਨੇ ਤੇ ਕੀ ਅਸੀਂ ਕਰੇ ਪੁਲਿਸ ਚੱਕਰ ਮਾਰਨੇ ਪਏ ਆ ਤੇ ਉਹਨੂੰ ਫੜ ਕੇ ਲਿਆਏ ਉਹਨੂੰ ਫੜ ਕੇ ਲਿਆਵੇ ਉਹਨੂੰ ਸਜ਼ਾ ਦੇ ਜਿਸ ਤਰ੍ਹਾਂ ਉਹਨੇ ਮਾਰਿਆ ਵੇ ਇਸ ਤਰ੍ਹਾਂ ਤੁਸੀਂ ਵੀ ਉਹਨੂੰ ਮਾਰੋ ਹੋਣੀ ਚਾਹੀਦੀ ਹੈ ਔਰ ਬੱਚੀ ਦੀ ਹੁਣ ਕੈਸੀ ਹਾਲਤ ਹੈ ਤੁਹਾਡੀ ਬੱਚੀ ਬਾਜੀ ਗਈ ਹੈ ਉਹਦੀ ਤਬੀਅਤ ਬੜੀ ਖਰਾਬ ਹੈ ਦੱਸ ਨਾ ਪਾਸਾ ਨਹੀਂ ਕੰਮ ਕਰਦਾ ਇਹ ਪਾਸਾ ਨਹੀਂ ਹੁੰਦਾ ਕੰਮ ਗੋਲੀਆਂ ਕਰਦਾ ਜਾਣੇ ਕੁਛ ਖਾਧਾ ਇੱਥੋਂ ਹੁੰਦਾ। ਵੱਜੀ ਉਹਨੂੰ ਇੱਧਰੋਂ ਨਿਕਲੀ ਹੈ ਤੇ ਵੈਸੇ ਜਿਹੜੀ ਇਹ ਲੜਕੀ ਹੈ ਜਿਹਨੂੰ ਜ਼ਖਮੀ ਹੋਈ ਹੈ ਇਹ ਕੈਸੀ ਹੈ ਅੱਛੀ ਬੀਵੀ ਸਾਬਤ ਹੋ ਰਹੀ ਸੀ ਹਾਂਜੀ ਉਹ ਤੇ ਆਪਣਾ ਘਰ ਵਸਾਉਣਾ ਚਾਹਨੀ ਸੀ ਇੰਨੀ ਦੇਰ ਤੋਂ ਨਹੀਂ ਤੇ ਉਦੋਂ ਦੀ ਅਸੀਂ ਤਲਾਕ ਲੈ ਲੈਂਦੇ ਉਹਦੇ ਕੋਲ ਜਿੰਨੇ ਉਹਨੇ 3-4 ਸਾਡੇ ਨਾਲ ਵਾਕੀਏ ਕੀਤੇ ਨੇ ਤੇ ਅਸੀਂ ਤੇ ਉਹਦਾ ਘਰ ਵਸਾਉਣਾ ਉਹ ਵੀ ਇਹੀ ਚਾਹੁੰਦੀ ਸੀ ਕਿ ਮੇਰਾ ਘਰ ਵਸੇ ਮੇਰੇ 4 ਬੱਚੇ ਨੇ ਤੇ ਮੈਂ ਨਹੀਂ ਤਲਾਕ ਲੈਣੀ ਨਾ ਮੈਂ ਨਹੀਂ ਤਲਾਕ ਲੈਣੀ ਉਹ ਖੁਦ ਹੀ ਨਹੀਂ ਵਸਾਉਂਦਾ ਪਿਆ ਇਹ ਹਰਕਤ ਉਹਨੇ ਚੌਥੀ ਵਾਰੀ ਕੀਤੀ ਹੈ ਹੁਣ ਦੁਬਾਰਾ ਫਿਰ ਸੁਲ੍ਹਾ ਕਰ ਦਿਓਗੇ ਨਹੀਂ ਅਸੀਂ ਤੇ ਨਹੀਂ ਹੁਣ ਸੁਲ੍ਹਾ ਕਰਨੀ ਪਹਿਲੇ ਵੀ ਤੇ ਸੁਲ੍ਹਾ ਹੁੰਦੀਆਂ ਰਹੀਆਂ ਨਾ 3 ਪਹਿਲੇ ਦਫਾ ਇਹ ਵਾਕਿਆ ਤੇ ਨਹੀਂ ਸੀ ਹੋਏ ਫਿਰ ਉਹ ਸੱਸ ਸਹੁਰਾ ਸਾਡੇ ਪੈਰੀ ਆ ਕੇ ਪੈ ਜਾਂਦੇ ਸੀ ਕਹਿੰਦੇ ਸੀ ਆ ਕੇ ਤੇ ਫਿਰ ਅਸੀਂ ਸੁਲ੍ਹਾ ਕਰ ਲੈਂਦੇ ਸਾਂ ਤੇ ਹੁਣ ਦੇ ਨਹੀਂ ਅਸੀਂ ਸੁਲ੍ਹਾ ਕਰਾਂਦੇ ਹੁਣ ਦੇ ਅਸੀਂ ਪਾਗਲ ਹੀ ਹੋਵਾਂਗੇ ਜਿਹੜੇ ਸੁਲ੍ਹਾ ਕਰਾਂਦੇ ਉਹਦੇ ਨਾਲ ਖੁਦਾਨਾ ਖਾਸਤਾ ਉਹਨੂੰ ਕੁਛ ਹੋ ਜਾਂਦਾ ਉਹ ਮਰ ਜਾਂਦੀ ਤੇ ਅਸੀਂ ਕਿੰਨਾ ਘਰ ਪੁੱਛਣਾ ਸੀ ਸਾਨੂੰ ਤੇ ਇਨਸਾਫ ਚਾਹੀਦਾ ਠੀਕ ਇਹ ਤੇ ਹੈ ਅੱਲਾ ਨੇ ਉਹਦੇ ਬੱਚਿਆਂ ਪਿੱਛੇ ਉਹਨੂੰ ਸੁੱਟ ਦਿੱਤਾ ਬੱਚਿਆਂ ਪਿੱਛੇ ਹੀ ਉਹਨੂੰ ਸੁੱਟਿਆ ਵੇ ਨਾ ਹਾਂ ਤੇ ਸੱਸ ਸਹੁਰਾ ਇਹੀ ਕਹਿੰਦੇ ਸੀ ਸਾਰੇ ਇਹੀ ਕਹਿੰਦੇ ਸੀ ਕਿ ਤੂੰ ਇਹੀ ਕਹੀ ਕਿ ਮੈਨੂੰ ਗੱਡੀ ਵੱਜੀ ਏ ਤੇ ਮੇਰਾ ਸਿਰ ਪਾਟ ਗਿਆ ਨਾ ਅਗਰ ਇਹਨਾਂ ਦੀ ਧੀ ਦੇ ਨਾਲ ਇੰਝ ਹੁੰਦਾ ਤੇ ਇਹ ਛੱਡਦੇ ਕਿਸੇ ਨੂੰ ਤੇ ਅਸੀਂ ਫੇਰ ਵੀ ਇਹਨੂੰ ਮਾਫ ਕਰ ਦਿੱਤਾ ਬੱਚਿਆਂ ਪਿੱਛੇ ਤੇ ਹੁਣ ਤੇ ਨਹੀਂ ਅਸੀਂ ਉਹਨੂੰ ਮਾਫ ਕਰਨਾ ਇਸ ਤੋਂ ਬਾਅਦ ਕਿਹੜੀ चीज़ हो सकती है बिल्कुल ठीक है इस वाक़े से जुड़े जो लोग हैं सबका यही मुतालबा है कि पहले हम उसका लड़की का घर बसाने के लिए 3 से 4 मरतबा हम सुलह कर पाए हैं सुलह करवाई है लेकिन अब जो मामला है वो इस हद तक संगीन हो चुका है कि अब हम बिल्कुल भी इस की सुलह के मामले में नहीं जाना चाहते बल्कि जो मुलजिम ने लड़की के शोहर ने जो हरकत की फायरिंग करके ज़ख्मी किया लड़की को उनकी बच्ची को उसको करार वाकई सज़ा मिलनी चाहिए। बात तो ये है कि एक तो जो भी यानी फायरिंग उसने की है खुशकिस्मती से बीवी बच गई है
तो ये इक़दाम कत्ल का जो है मुकदमा वो दर्ज होता है। अब हमारा जो मुआशरा है इसमें जो तमाम फसादात की जड़ है वो इनटॉलरेंस है। हम में बर्दाश्त है ही नहीं सिरे से। यानी जब बच्ची की शादी होती है तो वालिदैन कहते हैं ऐसा घर तो तेरा डोली चली तो उतो जनाजा ही आएगा। ये सोच तब्दील करने की ज़रूरत है। क्यों जनाजा आएगा उधर से? मतलब अगर बच्ची का वालिदैन ख्याल रखें ओके कहीं उसके साथ कोई ज़्यादती तो नहीं हो रही। और फिर इसमें जो एजुकेशन है वो बड़ा मैटर करती है। ये इस किस्म के वाक़यात यानी खामद जो है वो बीवी पे या बीवी जो है वो खामद पे उसको हिट करे तो इस ये यानी बर्दाश्त जो है ना वो ख़त्म हो गई होती, तलखी होती, छोटी छोटी बातें, ऐसी बातें जो कि बाकायदा बैठ के तय हो सकती हैं, एल्डर्स जो हैं वो तय कर सकते हैं। और ये ब्लैकमेलिंग जो है उसमें बच्ची को ना आने दें। अपनी बच्चियों पे बिल्कुल सरपरस्ती रखें, उसकी बात सुने, उसकी शिकायत सुने और उसकी शिकायत को संजीदा लें। बाज़ दफ़ा लापरवाही हो जाती है जो कि नहीं होनी चाहिए। तो ये मतलब ये पहला वाक़या नहीं है। मैंने पंजाब की मुख्तलिफ़ जेलों का विज़िट किया माजी में, ख़ास तौर पे जो वुमेन जेल मुल्तान में। तो वहाँ पे भी मैंने बड़ा ये चीज़ को उस वक्त भी ऑब्ज़र्व किया था कि जो है खामद जो है वो तशद्दुद करता है अपनी बीवी पे और अपनी उसमें फिर घर के दूसरे अफराद जो हैं यानी उसकी जो खामद की बहन भाई वालिदैन वो भी इस तशद्दुद में, फिर चूल्हा जलने के जो वाक़यात आते हैं, बर्न कर देते हैं बहू को। तो ये वाक़यात जो हैं इसमें बहुत ज़्यादा शिद्दत है। ख़ास तौर पे अब मीडिया खैर बड़ा एक्टिवली सब कुछ देख रहा है, लेकिन जो दूर दराज के इलाके हैं वहाँ की कई बातें तो आती नहीं हैं देहातों की, और दूसरी जो हैं शहरी इलाका जो है ना उस हवाले से कुछ बेहतर है। अब ये इनटॉलरेंस की वजह से मुतअद्दिद मुक़द्दमात जो हैं फैमिली कोर्ट्स में, ख़र्चे के दावे हैं खामद के ख़िलाफ़ और तलाक़ के दावे हैं, तो बच्चों की कस्टडी के मैटर्स हैं। तो ये सारी चीज़ें जो हैं सोसाइटी की जो ख़राबी है, पहले इस तरह नहीं थी, बहुत ज़्यादा अब इसमें शिद्दत आ गई हुई है और जिसकी वजह से फैमिलीज़ जो हैं वो टूट रही हैं। घर जो है वो बसना चाहिए, घर बसने की बजाय टूटने शुरू हो गए हुए हैं। ये बड़ी अलार्मिंग सिचुएशन है। फ़र्स्ट ऑफ ऑल उनकी तरफ से एक FIR मुकदमा दर्ज होगा 324 ताज़ीरात पाकिस्तान। वो 302 जो है ना, अगर बंदा बच जाए वो फिर 324 का पर्चा होता है। और FIR जब दर्ज हो जाएगी तो इसका जो है खातून का ये मेडिकल होगा, जिससे निशानदेही होगी कि ये फायर बुलेट जो है लगा है, कितने फासले से लगा है, किस जगह लोकेशन क्या है, उसको लोकेट जो है। और फिर गवाहान के जो बयानात हैं वो 161 के बयानात वो तहरीर करने हैं पुलिस ने। और फिर उसके बाद जो है मुल्ज़म की गिरफ़्तारी और उससे आला कत्ल जो है वो बरामद करना, मौके से अगर कोई खौल वग़ैरह हों मिल जाएंगे वो। ये सारी चीज़ें जो हैं ये सारी इकट्ठी करके कलेक्ट करके इन्वेस्टिगेटिंग ऑफिसर, अब पुलिस में तो FIR दर्ज हुई लेकिन वो जो उसकी तफ्तीश है वो इन्वेस्टिगेटिंग एजेंसी के पास चली जाएगी। इन्वेस्टिगेटिंग एजेंसी जो है वो मुकम्मल करके तफ्तीश अपनी, तो फिर ये एक चालान बना के तो अदालत में पेश कर देगी, जहाँ पे
मुलज़म पे फ़र्ज जुर्म आयद होगी, गवाहान इस्तग़ासा के पेश होंगे, बयानात उनके होंगे, जिरा जो है सफाई का वकील जो है उसको इख्तियार होगा कि वो जिरा करे, और इसके बाद मुलज़म को मौका दिया जाएगा कि वो अपनी सफाई में अगर कुछ कहना चाहता है तो उसका बयान रिकॉर्ड होगा, और फिर बहस सुन के अदालत जो है उन शाहिद और उस एविडेंस की बुनियाद पे फ़ैसला करती है। अगर पुलिस जो है वो उनके साथ तामन नहीं करती, अब इसमें मुख्तलिफ़ स्टेजेस हैं जहाँ तामन नहीं होता, यानी FIR ही दर्ज ना हो, एक स्टेज ये है। एक स्टेज ये है कि FIR तो दर्ज हो गई, उसका वो मुलादा ही नहीं हुआ। फिर उससे अगली स्टेज ये भी है कि गवाहान के बयानात ही पुलिस तहरीर ना करे। तो ये सारा मैकेनिज़्म जो है कानून में दिया हुआ है, यानी उसके लिए अगर FIR दर्ज नहीं होती तो जो सीनियर पुलिस ऑफिसर हैं, SP, DPO, उनको एप्लीकेशन वगैरह दें, और वो जो FIR दर्ज करवाएं। अगर वो भी नहीं होते तो जस्टिस ऑफ पीस जो हैं, सेशन जजेस, एडिशनल सेशन जजेस, उनको इख्तियारात हैं कि वो रेमेडी महकमाना एग्जॉस्ट करने के बाद तो वो उस फोरम पे भी जा सकते हैं, जस्टिस ऑफ पीस के फोरम पे भी, कि जनाब FIR दर्ज हो जाए, की जाए। और इस तरह से अगर फ़र्ज़ करें किसी जगह से भी वो मुतमईन नहीं है, इंसाफ नहीं मिलता, तो इस्तग़ासा जो है वो बराह रास्त इस्तग़ासा भी दायर कर सकता है। मैं वैसे ये समझता हूँ कि अगर मियाँ बीवी की नहीं बनती या उनके दरमियान तलख़ी है, जो भी वजूहात हैं, उसमें वो तशद्दुद का एलिमेंट नहीं आना चाहिए, यानी वो उसको मार पटाई करनी है या उसकी ज़िंदगी लेनी है या उसको जो है वो कोई ज़रब पहुँचानी है, उसकी बजाय अच्छे तरीके से अलग हो जाएं, बजाय इसके कि जो ख़राबी है वो बढ़े। तो ये मतलब है सोसाइटी में वालिदैन पे बहुत अहम ज़िम्मेदारी है। बच्चियों वाले जो हैं, बच्चियों को लवारस फॉर गॉड सेक ना छोड़ें, वो दरिंदों के हाथ में ना दे दें कि इत्थों से तेरा डोली गई तो अगे जनाजा ही निकलेगा, तो जनाजा अपने हाथ से ना निकलवाएं। देखिए ये जो है, अगर कत्ल नहीं हुआ, कत्ल की अटेम्प्ट हुई है और उसमें रोल जो है वो बंदा ज़िंदा है, ऐसी सूरत में 324 ताज़ीरात पाकिस्तान पीनल कोड की दफ़ा लगेगी, और अगर उसमें कोई अबैटमेंट का भी एलिमेंट है तो वो भी जो शख्स उसमें तरगीब देने में शामिल है वो दफ़ा भी लगेगी 131 जो आम तौर पे लगती है 324 के साथ। तो इसका जो है ट्रायल वो मैजिस्ट्रेट सेक्शन 30 सिविल जजेस हैं अभी, तो ये उनके पास जाता है, मैजिस्ट्रेट के पास। मैजिस्ट्रेट जो हैं वो इसकी सज़ा जो है वो ज़्यादा से ज़्यादा जो कानून में दी गई है वो 10 साल है, लेकिन 5 साल से कम नहीं होगी। और इस तरह से अगर जिस जगह पे ज़रब लगी है वो भी अलग से उसमें भी सज़ा होगी। फ़र्ज़ करें कि साथ किसी की टांग तोड़ दी है या कोई फ्रैक्चर हो गया है तो वो अपनी जगह पे वो भी एक जुर्म होगा। मजिस्ट्रेट का जो अगर सज़ा होती है उस फैसले के ख़िलाफ़ फिर अपील का मुल्ज़म का हक़ है, और अगर इस दौरान कोई कमज़ोरी है केस में तो ज़मानत वगैरह के लिए भी वो जा सकता है अदालत में अपनी ज़मानत करवाने के लिए। ज़ख्मी सफ़ीना कंवल जो मुतासरा बच्ची है उसके वालिद हैं हमारे साथ और भाई भी है। इसने बाप ने अपनी बेटी को जब घर से रुखसत किया होगा तो बड़े अरमानों के साथ किया होगा, लेकिन इसे क्या पता था कि जिस शख्स के साथ, जिस लड़के के साथ ये शादी कर रहा है वो इसकी बेटी पर इतना जुल्म करेगा।
ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਦ ਰਿਆਜ਼ ਜੀ। ਰਿਆਜ਼ ਸਾਹਿਬ ਜੀ ਬੜਾ ਦੁੱਖ ਹੋਇਆ ਕਿ ਬੇਟੀ ਨੂੰ ਘਰ ਆ ਕੇ ਉਹਦੇ ਸ਼ੋਹਰ ਨੇ ਗੋਲੀਆਂ ਮਾਰਤੀਆਂ। ਬਸ ਜੀ ਉਹਨਾਂ ਮੌਕਾ ਦੇਖਿਆ ਸੀ, ਘਰ ਨਹੀਂ ਸੀਗੇ ਤੇ ਮੇਰੀ ਦੋਨੋਂ ਬੇਟੀਆਂ ਘਰ ਸਨ। ਅਸੀਂ ਜਿਵੇਂ ਕੰਮ ਤੋਂ ਗਏ ਆ, ਉਹ ਕਿਸੇ ਨਾਲ ਕਾਲ ਤੇ ਰਾਬਤੇ ਸੀ, ਅਸੀਂ ਚਲੇ ਗਏ ਤੇ ਮਗਰੋਂ ਆਇਆ ਤੇ ਉਹਨੇ ਆਂਦਿਆ ਕਿ ਮਤਲਬ ਝਾਟੇ ਨਾਲ ਕੋਈ ਪਤਾ ਨਹੀਂ ਬੈਠਾ ਹੈ ਨਹੀਂ ਬੈਠਾ, ਮੈਨੂੰ ਨਹੀਂ ਪਤਾ। ਤੇ ਜਾਣ ਲੱਗਿਆ ਉਹਨੂੰ ਗਰਦਨ ਦੇ ਪਿੱਛੇ ਫੈਰ ਮਾਰਿਆ ਸੋ। ਤੇ ਅਸੀਂ ਤੇ ਮਤਲਬ ਮੈਨੂੰ ਜਾ ਕੇ ਉਸ ਤਰ੍ਹਾਂ ਪਤਾ ਲੱਗਾ ਜਿਸਮ ਦਾ ਆਪਰੇਸ਼ਨ ਹੋ ਗਿਆ। ਉਹ ਮੇਰੇ ਬੱਚੇ ਨੇ ਜਾ ਕੇ ਦੱਸਿਆ ਕਿ ਅੱਬੂ ਕਾਰ ਚਲੋ। ਮੈਂ ਕਿਹਾ ਖੈਰ ਹੈ, ਕਹਿੰਦਾ ਨਹੀਂ ਇਹ ਕੋਈ ਕੰਮ ਹੈਗਾ ਤਾਂ। ਮੈਂ ਕਿਹਾ ਮੈਨੂੰ ਦੱਸੋ ਸਹੀ। ਫਿਰ ਇਹਨੇ ਮੈਨੂੰ ਬੜੇ ਹੌਸਲੇ ਨਾਲ ਦੱਸਿਆ ਕਿ ਅੱਬੂ ਉਹਨੂੰ ਨਾ ਆਪੀ ਨੂੰ ਨੇ ਫੈਰ ਮਾਰਤਾ ਹੈ। ਤੇ ਅਸੀਂ ਜੋ ਹਸਪਤਾਲ ਗਏ ਆ ਤੇ ਫਿਰ ਉਹਦਾ ਜ਼ਖਮੀ ਹਾਲਤ ਦੇਖ ਕੇ ਤਾਂ ਸਾਡੇ ਕੋਲ ਤਾਂ ਬਰਦਾਸ਼ਤ ਨਹੀਂ ਹੋਇਆ ਕਿ ਇੰਨਾ ਕੁ ਜ਼ੁਲਮ ਦੇ ਨਾਲ ਨਿੱਕੇ ਨਿੱਕੇ ਬੱਚੇ ਵੀ ਖੋ ਕੇ ਲੈ ਗਏ ਨੇ। ਤੇ ਕਮ ਸੋ ਕਮ ਕਿਸੇ ਚੀਜ਼ ਤੇ ਤਰਸ ਇਨਸਾਨ ਨੂੰ ਤਾਂ ਹੁੰਦਾ ਹੈ ਨਾ, ਉਹਨਾਂ 'ਚ ਵੀ ਨਹੀਂ ਹੈ ਇੰਨੇ ਕੋਈ ਜ਼ਾਲਮ ਬੰਦਾ ਹੈਗਾ ਕੋਈ ਸਮਝ ਤੋਂ ਬਾਹਰ ਹੁੰਦੀ। ਅੱਛਾ ਇਹ ਦੱਸੋ ਕਿ ਆਪਣਾ ਸ਼ਾਦੀ ਤੁਸੀਂ ਦੇਖਭਾਲ ਕੇ ਕੀਤੀ ਨਹੀਂ, ਰਿਸ਼ਤਾ ਕਿੰਨੇ ਕਰਾਇਆ ਸੀ? ਪਤਾ ਸੀ ਕਿ ਸਸੁਰਾਲ ਵਾਲੇ ਇਸ ਤਰ੍ਹਾਂ ਦੇ ਜ਼ਾਲਮ ਹੋ ਸਕਦੇ? ਸਸੁਰਾਲ ਵਾਲੇ ਕਿਤੇ ਪਹਿਲਾਂ ਸਹੀ ਸਨ। ਜਿਸਲੇ ਨਸ਼ਾ ਕਰਨਾ ਸ਼ੁਰੂ ਕੀਤਾ ਮੁੰਡੇ ਨੇ ਤੇ ਕਦੀ ਸੌਦੀਆ ਜਾਂਦਾ ਪਿਆ ਆਉਂਦਾ ਪਿਆ, ਉਹਨਾਂ ਬੁਲਾਉਂਦੇ ਪਏ ਨੇ। ਫਿਰ ਕੁਛ ਮਤਲਬ ਪਿਛਲਿਆਂ ਨੇ ਉਹਨਾਂ ਨੂੰ ਕੀ ਹੁੰਦੇ ਭਰਜਾਈ ਹੈ ਜਾਂ ਹੋਰ ਹੈ, ਉਹਨੇ ਕੋ ਉਹਨੂੰ ਚੁੱਕ ਚੁਕਾ ਕੇ ਰੱਖਿਆ ਕਿ ਅੰਬਰਿਆ ਘਰ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ। ਹੁਣ ਆਪਣੇ ਹਰਕਤਾਂ ਜਾਣ ਕੇ ਆਪਣਾ ਘਰ ਬਚਾਉਣ ਵਾਸਤੇ ਇਹਨੂੰ ਬਰਬਾਦ ਕਰਨ ਦੀ ਸੀ ਕਿ ਜਿਸਲੇ ਮਤਲਬ ਬੰਦਾ ਹੋਇਆ ਲਾਈ ਲੱਗ ਬਣ ਜਾਵੇ, ਨਾ ਕਿਸੇ ਗੱਲ ਸਮਝਦਾ ਸੁਣਦਾ ਹੋਵੇ ਤੇ ਉਹਨੇ ਫਿਰ ਕਿਸੇ ਤੇ ਜ਼ੁਲਮ ਹੀ ਕਰਨਾ ਤੇ ਉਹਨੇ ਆਪਣੇ ਬੀਵੀ ਬੱਚਿਆਂ ਤੇ ਇਹਨਾਂ ਕੋ ਜ਼ੁਲਮ ਕਰ ਲਿਆ। ਲਿਆਦਾ ਕਿ ਇਹਨੇ ਇੱਕ ਦਫਾ ਅੱਗੇ ਵੀ ਨਾ ਉਹਦੇ ਸਿਰ 'ਚ ਪਿਸਤੌਲ ਮਾਰੀ ਹੈ ਤੇ ਉਦੋਂ ਵੀ ਇਹਨਾਂ ਹੱਥ ਪੈਰ ਉਹਦੇ ਅੱਗੇ ਜੋੜ ਕੇ ਕਿਸ ਤਰ੍ਹਾਂ ਵੀ ਕਰਾ ਕੇ ਨਾ ਵਾਪਸ ਭੇਜਤਾ, ਵਾਪਸ ਮੰਗਾ ਲਿਆ ਸੀ ਕਿ ਨਹੀਂ ਪੁੱਤਰ ਕੋਈ ਗੱਲ ਨਹੀਂ, ਤੂੰ ਆਪਣੇ ਮਾਂ-ਬਾਪ ਨਾਲ ਦੱਸੀ। ਤੇ ਉਹ ਕੁੜੀ ਆਪਣਾ ਘਰ ਵਸਾਉਣਾ ਚਾਹੁੰਦੀ ਸਨ ਤੇ ਉਹ ਦੱਸਦੀ ਨਹੀਂ ਸੀ। ਹੁਣ ਵੀ ਕਿ ਮੈਂ ਉਹਨੂੰ ਇੱਥੇ ਆਇਆ ਸਾਡੇ ਕੋਲ ਕੁਛ ਦਿਨ ਪਹਿਲਾਂ ਤੇ ਮੈਂ ਉਹਨੂੰ ਕਹਿਣਾ ਕਿ ਇਹਨੂੰ ਬਾਹਰ ਕੱਢੋ, ਇਹਨੇ ਇੱਥੇ ਰੱਖਣਾ। ਤੇ ਉਹਨੇ ਆਪਣੀ ਮਾਂ ਨੂੰ ਸਮਝਾਇਆ ਕਿ ਅੱਬੂ ਨੂੰ ਰੋਕੋ, ਇਹਨੂੰ ਕੁਛ ਨਾ ਕਵੇ ਕਿ ਮੇਰਾ ਘਰ ਬਚ ਜਾਵੇ ਦਾ। ਤੇ ਜਾਂ ਉਹਨੇ ਮਤਲਬ ਇਸ ਤੋਂ ਤੱਕ ਤਾਂ ਉਹਦੀ ਸੋਚ ਨਹੀਂ ਹੁੰਦੀ ਤੇ ਇਹੋ ਜਿਹੇ ਮੌਕਾ ਧਾਰਦਾ ਰਿਹਾ ਕਿਤੇ ਕਿ ਕਰੋ ਕਿ ਅੱਗੇ ਪਿੱਛੇ ਕੋਈ ਹੋਣ ਤੇ ਮੈਂ ਇਹਨਾਂ ਤੇ ਇਹ ਕੁਛ ਕਰਾਂ। ਹੁਣ ਤਾਂ ਸਾਡੇ ਕੋਲ ਮਤਲਬ ਇੰਨੀ ਬਰਦਾਸ਼ਤ ਵੀ ਨਹੀਂ ਹੈਗੀ ਕਿ ਅਸੀਂ ਇਸ ਬੰਦੇ ਨੂੰ ਜਾਂ ਇਹਨੂੰ ਜ਼ਿੰਦਾ ਵੀ ਦੇਖ ਸਕੀਏ ਕਿ ਅਸੀਂ ਤਾਂ ਪਾਕਿਸਤਾਨ ਗੌਰਮੈਂਟ ਕੋਲ ਇਹੀ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਕਰਨ, ਚਾਹੇ ਵਜ਼ੀਰ ਆਜ਼ਮ ਹੈ, ਵਜ਼ੀਰ ਆਲਾ ਸਦਰ ਹੈ, ਕਿਉਂਕਿ ਪਾਕਿਸਤਾਨ ਦਾ ਕਾਨੂੰਨ ਵੀ ਕੋਈ ਚੀਜ਼ ਹੈ। ਸਾਨੂੰ ਤਾਂ ਇੱਕ ਇਨਸਾਫ ਚਾਹੀਦਾ ਉਹਨਾਂ ਕੋਲ। ਹੋਰ ਅਸੀਂ ਇਹਨਾਂ ਨਾਲ ਸਾਡਾ ਕੋਈ ਮੁਤਾਲਬਾ ਨਹੀਂ ਕਿ ਸਾਡੀ ਬੱਚੀ ਤੇ ਚਲੋ ਹੁਣ ਅੱਲਾਹ ਤਾਲਾ ਜਿਸ ਤਰ੍ਹਾਂ ਉਹਨੂੰ ਵੀ ਰੱਖਿਆ ਹੈ ਬਚ ਜਾਵੇ ਤੇ ਤਾਂ ਵੀ ਠੀਕ ਹੈ। ਅਗਰ ਕੋਈ ਅੱਲਾਹ ਨੂੰ ਪੂਰੀ ਹੋ ਗਈ ਇੰਨੀ ਹਾਲਤ ਖਰਾਬ ਹੈ, ਇੰਨੀ ਹਾਲਤ ਹੁੰਦੀ ਖਰਾਬ ਜਾਣ ਕੇ ਫੈਰ ਵੱਜਿਆ ਉਹਨੂੰ, ਇਹ ਗਰਦਨ ਵਿੱਚ ਵੱਜਾ ਹੈ ਤੇ ਅੱਗੋਂ ਨਿਕਲਿਆ ਤਾਂ ਉਹਦਾ ਤਾਂ ਪੂਰਾ ਡੈਮੇਜ ਹੋ ਗਿਆ ਹੈ ਨਾ। ਤੇ ਹੁਣ ਬਚਣਾ ਨਾ ਬਚਣਾ ਇਹ ਤਾਂ ਉਹਨਾਂ ਰੱਬ ਦਿਖਦਾ ਰਿਹਾ ਕਿੰਨੇ ਕੁ ਦਿਨ ਬਚੇ ਦੀ, ਕਿੰਨੇ ਕੁ ਦਿਨ ਆਪਣੀ ਜਾਨ ਬਚਾਈ ਰੱਖੀ ਦੀ। ਇਹ ਤਾਂ ਅੱਲਾਹ ਤਾਲਾ ਨੇ ਜਿਹੜੇ ਕੋ 2 ਸਾਲ ਦਿੱਤੇ ਨੇ ਉਹਨੇ ਪੂਰੇ ਕਰਨੇ ਨੇ। ਲੇਕਿਨ ਲਿਆਦਾ ਉਸ ਬੰਦੇ ਨੇ ਨਾ ਇਹਦੇ ਨਾਲ ਇੰਨਾ ਕੁ ਕਰ ਗਿਆ ਕਿ ਮਰ ਗਈ ਹੈ। ਬਿਲਕੁਲ ਠੀਕ ਹੈ। ਇਹ ਦਿਓ ਜ਼ਰਾ ਭਾਈ, ਤੁਸੀਂ ਉਸ ਵਕਤ ਘਰ ਸੋ ਜਦੋਂ ਤੁਹਾਡਾ जी मैं उस टाइम घर याद आया? मैं उस टाइम घर था। सिस्टर मुझे ने कहा कि मुझे कोल्ड ड्रिंक ला दो और नाश्ता ला दो। मैंने कोल्ड ड्रिंक ला के सुबह दिया। का वक्त था? सुबह का वक्त था। अच्छा। मैंने कोल्ड ड्रिंक ला के दिया, उसने पानी पिया। मैं जॉब पे जाने के लिए रेडी हो रहा था, मैं नहाने चला गया हूँ। तकरीबन 5 मिनट हुए अभी तो बाहर से अचानक ना चीखों की आवाज़ आई है। दरवाज़ा बंद था। जब वैसे ही मैंने कपड़े पहने, मैं बाहर आया, मैंने देखा मेरी बहन यहाँ पे पड़ी हुई थी, गोली लगी हुई थी उसको? गोली लगी थी। अचानक देखा, जब हमने उसे देखा तो यहाँ से उसका ब्लड निकल रहा था। बेहोश थी वो, से होश नहीं थी। ठीक है। हमने उसे उठाया तो हमने खुद उसे रिक्शे पर बिठाया, लेकर गए बाहर मेन तक। आगे से हमें रेस्क्यू मिली है। ठीक है। रेस्क्यू मिली है, रेस्क्यू वाले हॉस्पिटल लेके गए हैं। ठीक है। अब आप हॉस्पिटल में भी हैं तो डॉक्टर क्या कहते हैं उसकी तबीयत के बारे में? डॉक्टरों ने ये तो यही बोला कि उसकी एक साइड का भी हम MRI करेंगे, उसके बाद बताएंगे कि क्या मसला है, डैमेज है, क्या मसला है। लेकिन उन्होंने कहा कि आप दुआ करें। दुआ करें, हालत इतनी क्रिटिकल है। जी। अच्छा ये बताएं कि पुलिस ने क्या किया फिर? आप FIR दर्ज करवाने? FIR दर्ज करवाई है, लेकिन अभी तक पुलिस, हम अभी रेड करेंगे, सुबह रेड करेंगे, कोई कोऑपरेट मुलजिम नहीं अभी पकड़ा गया? मुलजिम नहीं पकड़ा गया। तो किसी ने अभी आपकी पुलिस के किसी सीनियर ऑफिसर के पास आपने जाना था? FIR हम SHO साहब के पास भी गए हैं, शहजाद साहब हैं फैक्ट्री एरिया के, उन्होंने हमारे साथ थोड़ा सा कोऑपरेट किया। उन्होंने हमें शादरा थाना, लेकिन अब तो आपका थाना शादरा में पर्चा? शादरा थाना में अभी तक हमें SHO साहब नहीं मिले।
अच्छा, वो नहीं मिले। तो अब तो इन्वेस्टिगेशन का मामला, एसपी इन्वेस्टिगेशन, एसपी ने इन्वेस्टिगेशन साहब के साथ रब्ता किया, हमने इन्वेस्टिगेशन के साथ हमने रब्ता किया। उन्होंने हमें यही बोला कि आप घर चले जाएं, हम आपके साथ सुबह आपको कॉल करेंगे, आप आ जाइएगा और हम अपनी नफरी के साथ वहाँ पर रेड करेंगे। अच्छा, अभी तक यही कहा गया? अभी तक यही कहा गया। ठीक है। इस पूरे प्रोग्राम में जो जुल्म की दास्तान थी वो कैसे होती है, किस तरह से होती है, ये सारा कुछ आपको ख़ानदान के जो लोग हैं उन्होंने बताया। और इसमें सबसे अहम किरदार जो है वो किसी के साथ जुल्म और ज़्यादती हो तो उसमें अहम मुनफरिद किरदार जो है और मुस्बत किरदार जो है वो पुलिस का होता है। लेकिन इसमें पुलिस के किरदार के ऊपर कई सवालात खड़े हो रहे हैं। पहले मुकदमा फैक्ट्री एरिया जो शेखुपुरा की हदूद है वहाँ पे दर्ज होता है, फिर बाद में हदूद का तयन होता है और मुकदमा शादरा जो लाहौर की हदूद है उसमें दर्ज कर लिया जाता है। लेकिन अभी तक मुलजिम गिरफ़्तार नहीं हुआ। लड़की मुतासरा बच्ची हस्पताल में ज़ेर इलाज है और ज़िंदगी और मौत की कशमकश में है। ये बाप दिल पे पत्थर रख के हमारे सामने बयान करता है कि डॉक्टरों ने तो जो कहा है कि दुआ करें, लेकिन जो उसकी हालत है अभी तक उसको होश नहीं आई। तो एक बाप ये भी बताता है कि पता नहीं वो ज़िंदा बचेगी या नहीं बचेगी। इस मुतासरा ख़ानदान को इंसाफ मिलना चाहिए। ये था आज का जुर्म अंजाम। नए प्रोग्राम तक के लिए मुझे दीजिए इजाज़त। अल्लाह निगहबान।